ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਜ਼ੋਰਦਾਰ ਟਾਈਮਜ਼ ਦਾ ਪੋਡਕਾਸਟ ਗੱਲ ਪੰਜਾਬ ਦੀ ਦੀਪ ਜਗਦੀਪ ਸਿੰਘ ਦੇ ਨਾਲ। ਅੱਜ ਗੱਲ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਖਾਸ ਮਹਿਮਾਨ ਡਾਕਟਰ ਸੁਮੇਲ ਸਿੰਘ ਸਿੱਧੂ ਹੋਰਾਂ ਨਾਲ। ਤੁਸੀਂ ਇਹ ਪੋਡਕਾਸਟ ਜ਼ੋਰਦਾਰ ਟਾਈਮਜ਼ ਪੰਜਾਬੀ ਦੀ ਵੈਬਸਾਈਟ, ਸਪੋਟੀਫਾਈ ਐਪ, ਆਈਟਿਊਨਸ, ਸਟਿਚਰ ਜਾਂ ਫਿਰ YouTube ਜਾਂ ਕਿਸੇ ਹੋਰ ਡਿਜੀਟਲ ਪਲੇਟਫਾਰਮ 'ਤੇ ਸੁਣ ਰਹੇ ਹੋ। ਜਿੱਥੇ ਵੀ ਤੁਸੀਂ ਇਹ ਪੋਡਕਾਸਟ ਸੁਣ ਰਹੇ ਹੋ, ਸਾਨੂੰ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰਨਾ। ਇਸ ਦਾ ਲਿੰਕ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਨਾ। ਇਸ ਬਾਰੇ ਤੁਸੀਂ ਆਪਣੀ ਰਾਏ ਆਪਣੀ ਆਵਾਜ਼ ਵਿੱਚ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ, ਜਿਸ ਦਾ ਲਿੰਕ ਇਸ ਪੋਡਕਾਸਟ ਦੇ ਸਭ ਤੋਂ ਅਖੀਰ ਵਿੱਚ ਦਿੱਤਾ ਗਿਆ ਹੈ। ਸਾਡੇ ਅੱਜ ਦੇ ਐਪੀਸੋਡ ਦੇ ਵਿਸ਼ੇਸ਼ ਸਹਿਯੋਗੀ ਹਨ ਪੰਜਾਬੀ ਸਾਹਿਤਕ ਖੋਜ ਪੱਤਰਕਾਰ ਕਾਵ ਸ਼ਾਸਤਰ। ਅੱਜ ਗੱਲ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਖਾਸ ਮਹਿਮਾਨ ਡਾਕਟਰ ਸੁਮੇਲ ਸਿੰਘ ਸਿੱਧੂ ਹੋਰਾਂ ਨਾਲ। ਡਾਕਟਰ ਸੁਮੇਲ JNU ਦੇ ਸਾਬਕਾ ਪ੍ਰੋਫੈਸਰ ਅਤੇ ਇਤਿਹਾਸਕਾਰ ਨੇ। ਪੰਜਾਬ ਦੀਆਂ ਲੋਕ ਲਹਿਰਾਂ ਬਾਰੇ ਉਹਨਾਂ ਦਾ ਡੂੰਘਾ ਅਧਿਐਨ ਅਤੇ ਤਜਰਬਾ ਹੈ। ਉਹ ਪੰਜਾਬੀ ਸਾਹਿਤਕ ਰਸਾਲੇ ਸੇਧ ਦੇ ਸੰਪਾਦਕ ਵੀ ਹਨ। ਸੋ ਆਓ ਕਰਦੇ ਹਾਂ ਗੱਲ ਪੰਜਾਬ ਦੀ ਡਾਕਟਰ ਸੁਮੇਲ ਸਿੰਘ ਸਿੱਧੂ ਹੋਰਾਂ ਨਾਲ। ਡਾਕਟਰ ਸੁਮੇਲ ਸਿੰਘ ਸਿੱਧੂ ਜੀ, JNU ਤੇ ਸ਼ੁਰੂ ਕਰੀਏ। ਬੇਸ਼ੱਕ ਜੀ, ਬੇਸ਼ੱਕ, ਮਿਹਰਬਾਨੀ। ਪਹਿਲਾਂ ਤੇ ਸਰ ਸ਼ੁਰੂਆਤ ਇੱਥੋਂ ਹੀ ਕਰੀਏ ਵੀ ਜੋ ਲੋਕਡਾਊਨ ਦੇ ਵਿੱਚ ਕੀ ਜਿਹੜਾ ਹੈ ਡਾਕਟਰ ਸੁਮੇਲ ਸਿੰਘ ਸਿੱਧੂ ਦੀ ਜ਼ਿੰਦਗੀ ਦੇ ਉੱਤੇ ਅਸਰ ਪਿਆ ਹੈ? ਅਸਰ ਮੇਰਾ ਖਿਆਲ ਹੈ ਕੋਈ ਬਾਕੀਆਂ ਦੇ ਨਾਲੋਂ ਬਹੁਤੇ ਫਰਕ ਤੇ ਨਹੀਂ। ਹਾਂ, ਇੰਨਾ ਜ਼ਰੂਰ ਹੈ ਕਿ ਜੋ ਅਸੀਂ ਪਹਿਲਾਂ ਆਪ ਇਕੱਲੇ ਤੇ ਸਾਂਝੀਵਾਲ ਤੋਂ ਹਟ ਕੇ ਆਪੋ ਆਪਣੀ ਗਰਜ਼ ਦੀ ਦੌੜ ਦੇ ਵਿੱਚ ਪੈਣ ਦਾ ਅਭਿਆਸ ਤੇ ਸਾਨੂੰ ਪਹਿਲਾਂ ਹੀ ਸੀ। ਹੁਣ ਕੁਦਰਤ ਨੇ ਬਸ ਇੰਨਾ ਹੀ ਆਖਿਆ ਵੀ ਹੁਣ ਜ਼ਰਾ ਦੌੜਾਂ ਬੰਦ ਕਰੋ ਤੇ ਰਹੋ ਇਕੱਲੇ। ਜਿਵੇਂ ਤੁਸੀਂ ਅਦਰਵਾਈਜ਼ ਪਹਿਲਾਂ ਇਕੱਲੇ ਹੀ ਚੱਲਦੇ ਹੋ, ਲੋਕਾਂ ਦੇ ਵਿੱਚ ਹੁੰਦੇ ਹੋਏ ਵੀ ਤੁਸੀਂ ਜਦੋਂ ਇਕੱਲੇ ਹੋ, ਹੁਣ ਜ਼ਰਾ ਲੋਕਾਂ ਤੋਂ ਵੀ ਦੂਰ ਰਹੋ ਤੇ ਇਕੱਲ ਨੂੰ ਜ਼ਰਾ ਵੇਖੋ ਇਹ ਕੀ ਸ਼ੈ ਹੁੰਦੀ ਹੈ। ਤੁਸੀਂ ਅਲਟੀਮੇਟਲੀ ਇਹਦੇ ਨਜ਼ਦੀਕ ਆਏ ਆ। ਇੱਕ ਤੇ ਮੈਨੂੰ ਇਹ ਗੱਲ ਨੇ ਕਾਫੀ ਕਾਬੂ ਕੀਤਾ ਹੋਇਆ ਕਿ ਸਾਡੀ ਜਿਹੜੀ ਸਮਾਜੀ ਤੋਰ ਹੈ ਉਹਦੇ ਵਿੱਚ ਜਿੰਨੀ ਇਕੱਲ ਦਾ ਪਸਾਰਾ ਸੀ ਔਰ ਉਸ ਇਕੱਲ ਦੇ ਪਸਾਰੇ ਨੇ ਜਿਸ ਕਿਸਮ ਦੀ ਸੂਖਮ ਕਿਸਮ ਦੀ ਹਿੰਸਾ ਹਰੇਕ ਬੰਦੇ ਦੇ ਅੰਦਰ ਭਰ ਦਿੱਤੀ ਸੀ, ਜਿਹਦੇ ਵਿੱਚ ਕਿ ਬੰਦਾ ਕਿਸੇ ਵੀ ਚੀਜ਼ ਦੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਸੀ ਗਿਣ ਰਿਹਾ, ਉਸ ਨੇ ਕਿਤੇ ਨਾ ਕਿਤੇ ਉਹਦੇ ਸਾਹਮਣੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਜੇ ਕਿਸੇ ਨੇ ਵੀ ਕੀਤਾ ਹੈ ਤਾਂ ਹੁਣ ਭੁਗਤਣੀਆਂ ਸਾਰਿਆਂ ਨੂੰ ਪੈਣਗੀਆਂ ਜੀ। ਇੱਕ ਸਾਂਝਿਆਂ ਹੋ ਕੇ ਹੀ ਕਿਸੇ ਗੱਲ ਦੇ ਵੱਲ ਜਾਇਆ ਜਾ ਸਕੇਗਾ। ਮੈਨੂੰ ਇਹ ਲੱਗ ਰਿਹਾ ਹੈ ਕਿ ਇਹਨਾਂ ਸਵਾਲਾਂ ਦੇ ਇਕੱਲਤਾ ਤੇ ਸਾਂਝ ਦੇ ਦਰਮਿਆਨ ਦੀਆਂ ਜਿੰਨੀਆਂ ਵੀ ਗੱਲਾਂ ਨੇ, ਮੈਂ ਅੱਜ ਕੱਲ੍ਹ ਇਹਨਾਂ ਦੇ ਵਿੱਚ ਜ਼ਿਆਦਾ ਸੋਚ ਵਿਚਾਰ ਕਰ ਰਿਹਾ ਕਿ ਇਹ ਸਾਨੂੰ ਕਿਸ ਤਰ੍ਹਾਂ ਦਾ ਇੱਕ ਸ਼ਬਦ ਦਿੱਤਾ ਜਾ ਰਿਹਾ। ਪਰ ਜਿਹੜੇ ਸਿੱਧੂ ਉਹਨਾਂ ਨੂੰ ਅਸੀਂ ਜਾਣਦੇ ਹਾਂ, ਉਹ ਪੈਰ 'ਚ ਚੱਕਰ ਵਾਲੇ ਸਿੱਧੂ ਨੇ। ਉਹ ਸਵੇਰੇ ਕਿਤੇ ਹੁੰਦੇ ਨੇ, ਦੁਪਹਿਰੇ ਕਿਤੇ ਹੁੰਦੇ ਨੇ, ਸ਼ਾਮ ਨੂੰ ਕਿਤੇ ਹੁੰਦੇ ਨੇ। ਕਈ ਵਾਰ ਏਦਾਂ ਵੀ ਹੁੰਦਾ ਵੀ ਏਦਾਂ ਲੱਗਦਾ ਵੀ ਸਵੇਰੇ ਦੱਖਣੀ ਧਰੁਵ ਤੇ ਸੀ, ਸ਼ਾਮ ਨੂੰ ਉੱਤਰੀ ਧਰੁਵ ਤੇ ਪਹੁੰਚ ਗਏ ਨੇ। ਉਸ ਸਿੱਧੂ ਲਈ 40 ਦਿਨ ਇੱਕ ਸੀਮਿਤ ਦਾਇਰੇ 'ਚ ਵੱਜ ਕੇ ਬੈਠਣਾ ਕੀ ਕੋਈ ਉਪਰਾਮਤਾ ਨਹੀਂ ਹੋਈ ਤੁਹਾਨੂੰ? ਨਹੀਂ, ਉਪਰਾਮਤਾ ਬਿਲਕੁਲ ਵੀ ਨਹੀਂ ਹੋਈ, ਕਿਉਂਕਿ ਅਜਿਹੀ ਇਕੱਲ ਜਿੱਥੇ ਕਿ ਬੰਦਾ ਬੈਠ ਕੇ ਆਪਣੇ ਆਪ ਨੂੰ ਸੰਜੋਉਂਦਾ ਹੈ, ਪੜ੍ਹਦਾ ਹੈ, ਕੀਤੇ ਹੋਏ ਕੰਮ ਨੂੰ ਵਾਚਦਾ ਹੈ ਔਰ ਉਹਦੇ ਬਾਬਤ ਇੱਕ ਲਗਾਤਾਰ ਸੋਚ ਵਿਚਾਰ ਵੀ ਅੰਦਰ ਚੱਲਦਾ ਰਹਿਣਾ ਚਾਹੀਦਾ ਹੈ। ਮੈਨੂੰ ਅੱਜ ਕੱਲ੍ਹ ਇਹ ਲੱਗਦਾ ਹੈ ਕਿ ਕੁਝ ਜਿਹੜੀਆਂ ਚੀਜ਼ਾਂ ਹੋਣੀਆਂ ਛੁੱਟ ਗਈਆਂ ਸੀ ਜਾਂ ਜਿਹੜਾ ਆਪਣੇ ਆਪ ਨੂੰ ਇਹ ਸਮਝਾ ਲਿਆ ਸੀ ਕਿ ਹਜੇ ਹੋਰ ਕੰਮਾਂ 'ਚ ਬੜੇ ਰੁਝੇ ਹੋਏ ਆ, ਇਸ ਕਰਕੇ ਇਹਨਾਂ ਕੰਮਾਂ ਨੂੰ ਬਾਅਦ 'ਚ ਕਰਾਂਗੇ, ਉਹ ਕੰਮ ਹੁਣ ਸਾਹਮਣੇ ਆ ਪਏ ਨੇ। ਹੁਣ ਬਹਾਨਾ ਕੋਈ ਨਹੀਂ ਬਚਿਆ। ਸੋ ਉਹ ਜਿਹੜਾ ਰੁਝੇਵਾਂ ਪਹਿਲਾਂ ਤੁਸੀਂ ਗੱਲ ਠੀਕ ਆਖੀ ਹੈ ਕਿ ਜਿਹੜਾ ਪਹਿਲਾਂ ਜਿਹੜਾ ਤੋਰੇ ਫੇਰੇ ਵਾਲਾ ਤੇ ਮੇਲ ਮਿਲਾਪ ਵਾਲਾ ਜ਼ਿਆਦਾ ਸੀ, ਉਹ ਅੱਜ ਕੱਲ੍ਹ ਕਿਤਾਬਾਂ ਤੇ ਸ਼ਬਦਾਂ ਤੇ ਕੁਝ ਚੰਗੇ ਸੰਗੀਤ ਤੇ ਕੁਝ ਮਿੱਤਰਾਂ ਦੇ ਨਾਲ ਗਹਿਰੀਆਂ ਵਾਰਤਾਲਾਪਾਂ ਦੇ ਵਿੱਚ ਗੁਜ਼ਰ ਰਿਹਾ ਬਤੀਤ ਹੋ ਰਿਹਾ। 40 ਦਿਨਾਂ 'ਚ ਕੋਈ ਇੱਕ ਵੀ ਪਲ ਇਹੋ ਜਿਹਾ ਨਹੀਂ ਆਇਆ ਜਦੋਂ ਦਿਲ ਕੀਤਾ ਨਹੀਂ ਯਾਰ ਜੀ ਕਰਦਾ ਬਾਹਰ ਜਾਣ ਨੂੰ? ਕੁਦਰਤ ਨੂੰ ਵੇਖਣ ਨੂੰ ਜੀ ਕਰਦਾ ਸੀ ਕਿ ਕਿਉਂ ਜੀ ਬਹਾਰ ਆਈ ਹੈ ਇਸ ਵਾਰ। ਫਿਰ ਉਦੋਂ ਕਿਵੇਂ ਰੁਕਿਆ?
ਉਦੋਂ ਰੋਕਿਆ ਕਿ ਹੁਣ ਮਤਲਬ ਉਹ ਜੇ ਫਿਰ ਵੀਡੀਓ ਫਿਰਦੇ ਸੀ ਪੁਲਿਸ ਤੇ ਉਹ ਰੁਕਦੇ ਬੰਦਾ ਉਹਨਾਂ ਨੂੰ ਵੇਖ ਕੇ ਵੀ ਜਾਂਦਾ ਨਾ ਕਿ ਠੀਕ ਵੀ ਹੈ ਕਿ ਕਿਉਂਕਿ ਨਿਕਲਿਆ ਇਹਦੇ ਵਿੱਚੋਂ ਇਹ ਕਿ ਇਸ ਵਾਰ ਬੜੀ ਖੂਬਸੂਰਤ ਬਹਾਰ ਆਈ ਹੈ। ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਕਿ ਸ਼ਾਮਾਂ ਹੁਣ ਠੰਡੀਆਂ ਨੇ, ਮਈ ਦੇ ਪਹਿਲੇ ਹਫ਼ਤੇ ਦਾ ਮੁੱਕ ਵੀ ਚੱਲਿਆ ਅਜੇ ਤੱਕ ਠੰਡੀਆਂ ਨੇ। ਮੇਰੇ ਸਵਾਲ ਪੁੱਛਣ ਦਾ ਮਕਸਦ ਸਿਰਫ ਇਹਦਾ ਇਹ ਇੰਨਾ ਸੀ ਕਿ ਬਹੁਤ ਜੇ ਪੰਜਾਬ ਦਾ ਸਮਾਜ ਸ਼ਾਸਤਰ ਦੇਖੋ ਵੀ ਲੋਕਾਂ ਕੋਲੋਂ ਕੰਟਰੋਲ ਹੋ ਹੀ ਨਹੀਂ ਰਿਹਾ, ਮਤਲਬ ਉਹ ਪਤਾ ਨਹੀਂ ਅੰਦਰੋਂ ਸ਼ਾਇਦ ਨਹੀਂ ਬਾਹਰ ਜਾਣਾ ਚਾਹੁੰਦੇ, ਫਿਰ ਵੀ ਬਾਹਰ ਜਾਇਆ ਜਾ ਰਿਹਾ ਉਹਨਾਂ ਤੋਂ, ਵੀ ਸ਼ਾਇਦ ਤੁਹਾਡੇ ਕੋਲੋਂ ਕੋਈ ਨੁਕਤਾ ਮਿਲ ਜਾਵੇ ਉਹ ਕਿੱਦਾਂ ਆਪਣੇ ਆਪ ਨੂੰ ਅੰਦਰ ਰੱਖ ਸਕਦੇ ਆ। ਦਰਅਸਲ ਅਸੀਂ ਆਪਣੇ ਆਪ ਤੋਂ ਬਹੁਤ ਡਰੇ ਹੋਏ ਹਾਂ। ਅਸੀਂ ਟਿਕ ਕੇ ਕਿਸੇ ਗੱਲ ਦੇ ਸੋਚ ਵਿਚਾਰ ਦੇ ਨਾਲ ਜਿਹੜੀਆਂ ਚੀਜ਼ਾਂ ਉਹਦੇ ਵਿੱਚੋਂ ਨਿਕਲੀਆਂ ਨੇ, ਜਿਹਦੇ ਵਿੱਚ ਬੰਦਾ ਆਪ ਵੀ ਕਈ ਵਾਰ ਉਨਾ ਹੀ ਦੋਸ਼ੀ ਹੁੰਦਾ ਹੈ, ਪੰਜਾਬੀਆਂ ਨੇ ਆਪਣੇ ਆਪ ਦੇ ਨਾਲ ਗੱਲਬਾਤ ਕਰਨੀ ਬਹੁਤ ਵੱਡੇ ਪੱਧਰ ਦੇ ਉੱਤੇ ਬੰਦ ਕੀਤੀ ਹੋਈ ਸੀ। ਨਹੀਂ ਤੇ ਇਹਨਾਂ ਨੂੰ ਸ਼ਾਮ ਨੂੰ ਇਕੱਠਿਆਂ ਹੋ ਕੇ ਦਾਰੂ ਪੀਣੀ ਹੁੰਦੀ ਹੈ, ਕਿਸੇ ਨੇ ਗੱਡੀਆਂ ਭਜਾਉਣੀਆਂ ਹੁੰਦੀਆਂ ਨੇ, ਕਿਸੇ ਨੇ ਮਤਲਬ ਉਂਝੀ ਇੱਕ ਜਣੇ ਨੇ ਰੋਟੀ ਖਾਣੀ ਹੁੰਦੀ ਹੈ ਵੀ ਮੈਂ ਬਰਗਰ ਖਾ ਕੇ ਆਉਣਾ, 5 ਜਣੇ ਉਹਦੇ ਨਾਲ ਕਾਰ ਤੇ ਚੜ੍ਹ ਕੇ ਉਹਨੂੰ ਬਰਗਰ ਖਵਾਉਣ ਜਾਂਦੇ। ਸੋ ਇਹ ਜਿਹੜਾ ਅਸੀਂ ਫੜਿਆ ਹੋਇਆ ਰੁਝੇਵਿਆਂ ਦਾ ਤੇ ਜੀ ਮੈਂ ਹੁਣ ਉਹਦੀ ਮਹਿੰਦੀ ਤੇ ਜਾਣਾ, ਹੁਣ ਜੀ ਉੱਥੇ ਉਹ ਤੀਜੀ ਥਾਂ ਦੇ ਉੱਤੇ ਰਿਸ਼ਤੇਦਾਰੀ ਦੇ ਵਿੱਚ ਉੱਥੇ ਜੀ ਰੋਕਾ ਹੋਣਾ, ਉੱਥੇ ਚੱਲੇ ਆ, ਇਹ ਜਿਹੜਾ ਫਜ਼ੂਲ ਖਰਚੀ ਦਾ ਤੇ ਫੈਸ਼ਨਾਂ ਦਾ ਤੇ ਮੈਚਿੰਗਸ ਦਾ ਤੇ ਗੱਡੀਆਂ ਦਾ ਤੇ ਪੈਟਰੋਲ ਦਾ, ਇਹ ਜੋ ਅਸੀਂ ਇਹ ਫੜਿਆ ਹੋਇਆ ਸੀ ਸਾਰਾ ਕੁਝ, ਇਹ ਰਵੀਰਾ ਉਹ ਟਿਕ ਗਿਆ। ਹੁਣ ਬੰਦਿਆਂ ਦੇ ਕੋਲ ਕਰਨ ਨੂੰ ਗੱਲ ਨਹੀਂ ਰਹੇਗੀ ਸਿਵਾਏ ਕਿ ਉਹ ਮੈਸੇਜਸ ਐਕਸਚੇਂਜ ਕਰਦੇ ਰਹਿ ਜਾਣ ਫੋਨ ਦੇ ਉੱਤੇ। ਤੁਸੀਂ ਉਹ ਵੀ ਬੰਦਾ ਕਿੰਨੇ ਕਰੇ। ਸ਼ਰਾਬ ਦੀ ਗੱਲ ਛੇੜ ਦਿੱਤੀ ਹੈ, ਮੈਂ ਜੋ ਜਿਵੇਂ ਤਰਤੀਬ ਸੋਚੀ ਸੀ, ਚਲੋ ਇਹ ਵੀ ਗੱਲ ਹੁੰਦੀ ਹੈ ਕਿ ਗੱਲਾਂ ਚ ਗੱਲ ਦੀ ਤਰਤੀਬ ਬਣ ਜਾਂਦੀ ਹੈ। ਸ਼ਰਾਬ ਦੀ ਤੁਸੀਂ ਗੱਲ ਕੀਤੀ ਹੈ, ਚਲੋ ਸਰਕਾਰਾਂ ਦੀਆਂ ਆਪਣੀਆਂ ਮਜਬੂਰੀਆਂ ਹੋਣਗੀਆਂ ਤੇ ਸ਼ਰਾਬ ਵੇਚਣ ਵਾਲਿਆਂ ਦੀਆਂ ਆਪਣੀਆਂ ਮਜਬੂਰੀਆਂ ਹੋਣਗੀਆਂ ਕਿ ਉਹਨਾਂ ਦੇ ਅੰਦਰ ਇੱਕ ਬੇਬਲਤਾ ਹੈ ਵੀ ਉਹ ਸ਼ਰਾਬ ਵਿਕਣ ਲੱਗ ਜਾਵੇ। ਲੇਕਿਨ ਇਹ ਪੰਜਾਬ ਦਾ ਸ਼ਰਾਬ ਦਾ ਸਮਾਜ ਸ਼ਾਸਤਰ ਕੀ ਹੈ ਵੀ ਮੇਰੇ ਖਿਆਲ ਚ ਉਨੀ ਜਿਹਨਾਂ ਨੂੰ ਰੋਟੀ ਨਹੀਂ ਮਿਲ ਰਹੀ ਉਨੀ ਬੇਬਲਤਾ ਉਹਨਾਂ ਚ ਵੀ ਨਹੀਂ ਨਜ਼ਰ ਆਈ ਵੀ ਉਹ ਕਿਤੇ ਇਕੱਠੇ ਹੋ ਕੇ ਰੋਟੀ ਲਈ ਲੜ ਪੈਣ, ਜਾਂ ਹੋਰ ਵਰਗਾਂ ਚ ਵੀ ਉਸ ਤਰ੍ਹਾਂ ਦੀ ਬੇਬਲਤਾ ਨਹੀਂ ਨਜ਼ਰ ਆਈ। ਲੇਕਿਨ ਸ਼ਰਾਬ ਦੇ ਮਸਲੇ ਤੇ ਮਤਲਬ ਪਿਛਲੇ ਮੈਂ 1 ਹਫ਼ਤੇ ਤੋਂ ਦੇਖ ਰਿਹਾ ਮੀਡੀਆ ਦੇ ਵਿੱਚ ਵੀ ਮੁੱਖ ਧਾਰਾ ਦੀ ਡਿਬੇਟ ਹੀ ਇਹੀ ਚੱਲ ਰਹੀ ਹੈ ਵੀ ਠੇਕੇ ਖੁੱਲਣਗੇ ਕਿ ਨਹੀਂ ਖੁੱਲਣਗੇ, ਖੁੱਲ ਜਾਣੇ ਚਾਹੀਦੇ ਆ, ਤੇ ਸਾਰੀ ਇੱਕ ਸੁਰ ਚ ਹੈਗਾ, ਕਿਤੇ ਵੀ ਕੋਈ ਇਸ ਤਰ੍ਹਾਂ ਹੈ ਨੀ ਵੀ ਉਹਦੇ ਕੋਈ ਵੱਖਰੀ ਸੁਰ ਵੀ ਹੋਵੇ। ਇਹ ਪੰਜਾਬ ਦੇ ਜਿਹੜੀ ਆਮ ਪੰਜਾਬੀ ਦਾ ਕੀ ਸਮਾਜ ਸ਼ਾਸਤਰ ਹੈ ਇਸ ਪਿੱਛੇ ਸ਼ਰਾਬ? ਇਹ ਤੁਹਾਡੀ ਤੁਸੀਂ ਪੰਜਾਬ ਦੇ ਸੰਦਰਭ 'ਚ ਇਹ ਗੱਲ ਕਰ ਰਹੇ ਹੋ, ਇਹ ਤੇ ਸਾਰੇ ਦੇਸ਼ ਦੇ ਵਿੱਚ ਹੀ ਇਹ ਫਨੋਮੀਨਨ ਹੈਗਾ ਕਿ ਸੂਬਾ ਸਰਕਾਰਾਂ ਦਾ ਜਿਹੜਾ ਬਜਟਰੀ ਰਿਸੋਰਸਿਸ ਨੇ ਉਹਦਾ ਕਈ ਥਾਵਾਂ ਦੇ ਉੱਤੇ ਜੇ ਐਵਰੇਜ ਕੱਢ ਲਈਏ ਤਾਂ 25-30% ਦੇ ਕਰੀਬ ਮਾਲੀਆ ਰੈਵਨਿਊ ਸ਼ਰਾਬ ਦੀ ਸੇਲ ਤੋਂ ਆਉਂਦਾ ਜੀ। ਔਰ ਇਹ ਸਾਰੀਆਂ ਸਰਕਾਰਾਂ ਦਾ ਸ਼ਰਾਬ ਦੀ ਵਿਕਰੀ ਵਧਾਉਣ ਦੇ ਵਿੱਚੋਂ ਮਾਲੀਆ ਵਧਾਉਣ ਦੇ ਉੱਤੇ ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਜੀ। ਤੇ ਇਹ ਹਰ ਸਾਲ ਦੀ ਹੋਰ ਇਹਦੀ ਖਪਤ ਵਧੇ, ਇਹਦੇ ਤੇ ਲੋਕ ਹੋਰ ਖਰਚਾ ਕਰਨ ਤੇ ਸਾਨੂੰ ਇਹਦੇ ਤੋਂ ਐਕਸਾਈਜ਼ ਦੀ ਕਮਾਈ ਹੋਵੇ। ਦੂਜੇ ਪਾਸੇ ਤੁਸੀਂ ਪੰਚਾਇਤਾਂ ਨੂੰ ਇਹ ਆਖੀ ਜਾਂਦੇ ਹੋ ਕਿ ਜੀ ਤੁਸੀਂ ਮਤੇ ਪਾਓ ਤੇ ਤੁਹਾਡੇ ਜੇ ਤੁਸੀਂ ਆਖੋਗੇ ਤਾਂ ਉੱਥੇ ਠੇਕਾ ਨਹੀਂ ਖੁੱਲੇਗਾ। ਉਹ ਮੰਨਿਆ ਜਾਂਦਾ ਤੇ ਨਹੀਂ ਮੰਨਿਆ ਜਾਂਦਾ ਤੇ ਲੋਕਾਂ ਤੋਂ ਉਹਦੇ ਤੇ ਕੋਈ ਬਹੁਤੀ ਲਾਮਬੰਦੀ ਨਹੀਂ ਹੁੰਦੀ। ਔਰਤਾਂ ਨੂੰ ਵੀ ਅੱਗੇ ਆ ਕੇ ਕੁਛ ਨਾ ਕੁਛ ਕਰਨਾ ਪੈਂਦਾ, ਕਿਤੇ ਮੰਨਿਆ ਜਾਂਦਾ ਕਿਤੇ ਨਹੀਂ ਜਾਂਦਾ। ਅਸੀਂ ਉਹਦੇ ਤੇ ਵੀ ਕੋਈ ਬਹੁਤੀ ਇਕਾਗਰਤਾ ਦੇ ਨਾਲ ਅੱਗੇ ਨਹੀਂ ਵਧੇ। ਦੂਜੀ ਜਿਹੜੀ ਗੱਲ ਇਹਦੇ ਵਿੱਚ ਬਲਕਿ ਤੀਜੀ ਹੈ ਜਿਹੜੀ ਕਿ ਹੁਣ ਜਦੋਂ ਕੰਟਰਾਡਿਕਟਰੀ ਪਾਲਿਸੀਜ਼ ਹੋਣ ਕਿ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਹੁਣ ਸੁਵਿਧਾ ਦੇਣ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਪਹਿਲ ਕੀਤੀ ਹੈ। ਮੇਰੇ ਮੁਤਾਬਕ ਇਹਦਾ ਬੜਾ ਹੁਣ ਇਹਦਾ ਕੀ ਕਰੀਏ ਕਿ ਜੀ ਅਸੀਂ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰ ਰਹੇ ਹਾਂ। ਆਂਧਰਾ ਪ੍ਰਦੇਸ਼ ਦੇ ਵਿੱਚ ਸਕੂਲ ਮਾਸਟਰਾਂ ਨੂੰ ਠੇਕੇ ਦੇ ਉੱਤੇ ਉਮੜੀਆਂ ਭੀੜਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਉੱਥੇ ਮੇਨਟੇਨ ਰਹੇ, ਉਹਨਾਂ ਨੂੰ ਉੱਥੇ ਡਿਊਟੀਆਂ ਲਾਈਆਂ ਗਈਆਂ ਨੇ ਕਿ ਇਹਨਾਂ ਨੇ ਇੱਥੇ ਸ਼ਰਾਬ ਲੈਣ ਆਏ ਖਰੀਦਦਾਰਾਂ ਨੂੰ ਸਾਂਭਣਾ ਹੈ। ਮਤਲਬ ਇਹ ਹੁਣ ਸਿੱਖਿਆ ਸ਼ਾਸਤਰੀਆਂ ਦਾ ਇੱਕ ਇਹ ਕੰਮ ਵੀ ਬਣਾ ਦਿੱਤਾ ਗਿਆ। ਸੋ ਸਾਡੀ ਜਿਹੜੀ ਸਾਡੀ ਰੁਝਾਨ ਹੈ ਉਹ ਇਸ ਪਾਸੇ ਹੈ ਕਿ ਸਕੂਲਾਂ ਦੀ ਗੱਲ ਛੱਡੋ ਜੀ, ਉਹ ਤੁਸੀਂ ਅੱਧ ਪਚੱਧਾ ਜਾ ਕਰਤਾ ਜੀ, ਡਿਜੀਟਲ ਕਲਾਸਾਂ ਲਾ ਲਓ। ਹਰੇਕ ਬੱਚੇ ਦੇ ਕੋਲ ਨਾ ਮੋਬਾਈਲ ਹੈ,
ਜੇ ਸਰਕਾਰ ਨੇ ਦਿੱਤਾ ਹੁੰਦਾ ਤਾਂ ਭਾਵੇਂ ਲੱਗ ਜਾਂਦੀਆਂ, ਫਿਰ ਇੰਟਰਨੈਟ ਕਨੈਕਸ਼ਨ ਨਹੀਂ ਸੀ ਹੋਣਾ, ਫਿਰ ਉਹਦੀ ਬੈਂਡਵਿਡਥ ਨਹੀਂ ਸੀ ਹੋਣੀ, ਫਿਰ ਉੱਥੇ ਮੌਕੇ ਤੇ ਨਹੀਂ ਸੀ ਹੋਣਾ ਉੱਥੇ। ਇਹ ਜਿਹੜੇ ਮਜ਼ਾਕ ਕੀਤੇ ਜਾ ਰਹੇ ਨੇ ਸਰਕਾਰੀ ਤੰਤਰ ਨੂੰ ਚੱਲਦਾ ਰੱਖਣ ਦੇ ਲਈ, ਉਹਦੇ 'ਚ ਸਭ ਤੋਂ ਇਫੈਕਟਿਵ ਸਰਕਾਰੀ ਕਦਮ ਇਹੋ ਹੀ ਹੈ ਕਿ ਜੀ ਠੇਕੇ ਖੋਲ੍ਹਦੇ ਨੇ, ਉਹ ਖੁੱਲੇ ਨੇ, ਉੱਥੇ ਅਸੀਂ ਪ੍ਰੋਵਾਈਡ ਕਰਾਂਗੇ। ਮੈਂ ਇਹ ਗੱਲ ਤੇ ਮੰਨ ਕੇ ਹੀ ਚੱਲ ਰਿਹਾ ਕਿ ਉਹ ਸਰਕਾਰ ਦੀ ਤੇ ਚਲੋ ਮਜਬੂਰੀ ਹੈਗੀ ਹੀ ਆ, ਪਰ ਪੰਜਾਬੀ ਬੰਦੇ ਦੀ ਕੀ ਮਜਬੂਰੀ ਆ ਵੀ ਉਹ ਨਹੀਂ ਸਾਰ ਸਕਦਾ। ਲਓ ਜੀ, ਇਹ ਹੁਣ ਉਹਨਾਂ ਨੂੰ ਕੀ ਪਤਾ ਸੀ ਪੰਜਾਬੀ ਬੰਦੇ ਨੂੰ ਕਿ ਕਰੋਨੇ ਨੇ ਆ ਜਾਣਾ, ਕਰੋਨਾ ਭਾਜੀ ਨੇ ਆ ਜਾਣਾ ਤੇ ਕਰੋਨਾ ਭਾਜੀ ਨੇ ਸਾਨੂੰ ਅੰਦਰ ਬੰਨ੍ਹ ਦੇਣਾ ਹੈ। ਤੇ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਆ ਰਿਹਾ 8 ਦਿਨਾਂ ਨੂੰ, ਇਹਨਾਂ ਨੇ ਉਦੋਂ ਪਹਿਲਾਂ ਸਾਰੇ ਠੇਕੇ ਖਤਮ ਕਰ ਦੇਣੇ ਸੀ, ਸਾਂਭ ਕੇ ਰੱਖ ਲੈਣਾ ਸੀ। ਸੋ ਇਹ ਜਿਹੜੀ ਸ਼ਰਾਬ ਦਾ ਜਿਹੜਾ ਮਸਲਾ ਹੈ, ਇਹ ਕਰੋਨਾ ਇਹਦਾ ਕੋਈ ਹੱਲ ਨਹੀਂ ਹੈ। ਠੀਕ ਹੈ। ਇਹਨੇ ਮਤਲਬ ਸੱਚੀ ਗੱਲ ਇਹ ਹੈ ਕਿ ਸਾਡੇ ਤੇ ਸਮਾਜ ਨੇ ਇਹ ਦਿਖਾਇਆ ਕਿ ਕਰੋਨਾ ਤੋਂ ਜ਼ਿਆਦਾ ਖਤਰਨਾਕ ਹਿੰਦੂ ਮੁਸਲਮਾਨ ਦਾ ਸਵਾਲ ਹੈ। ਕਰੋਨਾ ਤੋਂ ਜ਼ਿਆਦਾ ਖਤਰਨਾਕ ਹਿੰਦੁਸਤਾਨ ਦੇ ਵਿੱਚ ਅਮੀਰ ਗਰੀਬ ਦਾ ਸਵਾਲ ਹੈ। ਇਸ ਕਰੋਨਾ ਤੋਂ ਜ਼ਿਆਦਾ ਖਤਰਨਾਕ ਸਾਡੇ ਕੋਲ ਐਲੀਮੈਂਟਰੀ ਤੌਰ ਦੇ ਉੱਤੇ ਕੀ ਮਸਲਾ ਹੈ ਕਿ ਅਸੀਂ ਖੁਰਾਕ ਨਹੀਂ ਦੇ ਸਕਦੇ। ਅਸੀਂ ਲੋਕਾਂ ਨੂੰ ਲਾਕਡਾਊਨ ਦੇ ਵਿੱਚ ਬੰਦ ਕਰਤਾ। ਤੁਸੀਂ ਭੁੱਖ ਕੱਟ ਰਹੇ, 40 ਦਿਨ ਭੁੱਖ ਕੱਟ ਰਹੇ, ਪੈਸੇ ਤੋਂ ਆਤੁਰ ਹੋ ਰਹੇ, ਮਜ਼ਦੂਰਾਂ ਨੂੰ ਕਮਰਿਆਂ ਦੇ ਵਿੱਚ, ਵਾੜਿਆਂ ਦੇ ਵਿੱਚ, ਸਕੂਲਾਂ 'ਚ ਤਾੜ ਕੇ ਰੱਖਿਆ ਹੋਇਆ। ਤੁਸੀਂ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਆਪਣੇ ਘਰਾਂ ਨੂੰ, ਤੁਸੀਂ ਕੋਈ ਇੰਤਜ਼ਾਮ ਨਹੀਂ ਕੀਤਾ ਔਰ ਤੁਸੀਂ ਉਹਨਾਂ ਨੂੰ ਖੁਰਾਕ ਵੀ ਨਹੀਂ ਪੁੱਜਦੀ ਕਰ ਰਹੇ। ਸਰਕਾਰ ਦੇ ਕੋਲੋਂ ਇਹ ਇੰਤਜ਼ਾਮ ਨਹੀਂ ਹੈ ਕਿਉਂਕਿ ਸਰਕਾਰ ਨੇ ਆਪਣਾ ਇਹ ਸਾਰਾ ਢਾਂਚਾ ਬੜੀ ਤਿਆਰੀ ਦੇ ਨਾਲ ਬਰਬਾਦ ਕੀਤਾ, ਜਿਹੜਾ ਕਿ ਪਬਲਿਕ ਹੈਲਥ ਨੂੰ, ਪਬਲਿਕ ਡਿਸਟ੍ਰੀਬਿਊਸ਼ਨ ਨੂੰ ਤੇ ਪਬਲਿਕ ਓਰੀਐਂਟੇਸ਼ਨ ਨੂੰ ਜਿਹੜਾ ਸਾਂਭ ਕੇ ਚਲਾ ਕੇ ਰੱਖਦਾ ਹੈ। ਹੁਣ ਤੁਸੀਂ ਇਸ ਗੱਲ ਨੂੰ ਜ਼ਰਾ ਇੱਕ ਹੋਰ ਪੱਧਰ ਤੇ ਵੀ ਜੋੜ ਕੇ ਦੇਖੋ ਕਿ ਸਰਕਾਰੀ ਹਸਪਤਾਲਾਂ ਦਾ ਪੂਰੀ ਤਿਆਰੀ ਦੇ ਨਾਲ ਮੰਦਾ ਹਾਲ ਕੀਤਾ ਜਾ ਰਿਹਾ ਸੀ। ਪ੍ਰਾਈਵੇਟ ਹਸਪਤਾਲ ਵੱਧ ਰਹੇ ਸੀ, ਸੁਪਰ ਸਪੈਸ਼ਲਿਟੀ ਹਸਪਤਾਲ ਵੀ ਚੱਲ ਰਹੇ ਸੀ। ਇਸ ਕਰੋਨਾ ਦੇ ਵਿੱਚ ਉਹ ਸਾਰੇ ਪ੍ਰਾਈਵੇਟ ਹਸਪਤਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਬੰਦ ਨੇ। ਉਹਨਾਂ ਨੇ ਕਿਸੇ ਦੀ ਟ੍ਰੀਟਮੈਂਟ ਵੀ ਬੰਦ ਕਰ ਦਿੱਤੀ ਹੈ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਾਸਕ ਵੀ ਪੂਰੇ ਨਹੀਂ, ਕਿੱਟਾਂ ਵੀ ਪੂਰੀਆਂ ਨਹੀਂ ਔਰ ਨਰਸਾਂ ਤੇ ਡਾਕਟਰਾਂ ਦੇ ਵਿੱਚ ਜਿਹੜੀ ਗੱਲ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦੇ ਵਿੱਚ ਵੀ ਲੋਕਾਂ ਦੀ ਸੇਵਾ ਭਾਵਨਾ ਨਹੀਂ ਹੈ, ਘੱਟ ਹੈ। ਅਸੀਂ ਦਾਦੀ ਨਿਰਮਲ ਸਿੰਘ ਦੀ ਫੋਨ ਰਿਕਾਰਡਿੰਗ ਸੁਣੀ ਹੈ, ਅਸੀਂ ਲੁਧਿਆਣੇ ਦੇ ਸਿਵਲ ਸਰਜਨ ਨੂੰ ਛਾਪੇ ਮਾਰਦਿਆਂ ਦੇਖਿਆ ਹੈ, ਅਸੀਂ ਲੋਕਾਂ ਨੂੰ ਇਹ ਕਹਿੰਦਿਆਂ ਦੇਖਿਆ ਕਿ ਸਾਨੂੰ ਜਿਵੇਂ ਰੱਖਿਆ ਜਾ ਰਿਹਾ ਇਹਦੇ ਨਾਲ ਤੇ ਅਸੀਂ ਬਿਲਕੁਲ ਵੀ ਸੇਫ ਮਹਿਸੂਸ ਨਹੀਂ ਕਰ ਰਹੇ। ਜਦੋਂ ਔਰ ਕੋਈ ਜਣਾ, ਕੋਈ ਸਾਨੂੰ ਇਸ ਦੀ ਤਮੀਜ਼ ਨਹੀਂ ਹੈ ਕਿ ਇਉਂ ਜਦੋਂ ਇੱਕ ਸਮਾਜ ਦੇ ਵਿੱਚ ਨਾ ਜਦੋਂ ਵੀ ਕੋਈ ਇਸ ਕਿਸਮ ਦਾ ਸੰਕਟ ਆਉਂਦਾ ਹੈ ਜਗਦੀਪ ਜੀ, ਉਹਦੇ ਵਿੱਚ ਉਹ ਕੀ ਕਰਦਾ ਹੈ ਕਿ ਉਹ ਨਾ ਤੁਹਾਡੇ ਅੰਦਰ ਦੀਆਂ ਚੱਲ ਰਹੀਆਂ ਪ੍ਰਕਿਰਿਆਵਾਂ ਨੂੰ ਇੱਕ ਤਾਂ ਨੰਗਾ ਚਿੱਟਾ ਕਰ ਦਿੰਦਾ ਤੇ ਉਹਨਾਂ ਨੂੰ ਤਿੱਖਾ ਕਰ ਦਿੰਦਾ। ਉਹ ਦਿਸਣ ਲੱਗ ਜਾਂਦੀਆਂ ਨੇ, ਉਹਨਾਂ ਦੇ ਪਰਦੇ ਚੁੱਕੇ ਜਾਂਦੇ ਨੇ ਸਾਰੇ ਜਦੋਂ ਭਾਰੀ ਵਰਤਦੀ। ਹੁਣ ਜਿਹੜੇ ਪੰਜਾਬ ਤੇ ਹਿੰਦੁਸਤਾਨ ਤੋਂ ਜਿਹੜੇ ਪਰਦੇ ਚੁੱਕੇ ਗਏ ਨੇ, ਉਹ ਮੈਂ ਸਮਝਦਾ ਕਿ ਉਹ ਬੜੇ ਸਮੇਂ ਤੋਂ ਚੱਲ ਰਿਹਾ ਸੀ। ਅਜਿਹੇ ਹੀ ਪਰਦੇ 80ਵਿਆਂ ਦੇ ਦੌਰਾਨ ਦੀ ਹਿੰਸਾ ਨੇ ਚੁੱਕੇ ਸੀ ਕਿ ਪੰਜਾਬ ਦੀ ਸੁਸਾਇਟੀ ਅੰਦਰੋਂ ਕਿਸ ਹੱਦ ਤੱਕ ਉਦਾਸੀਨ ਹੋ ਚੁੱਕੀ ਸੀ। ਉਹ ਇਹੋ ਹੀ ਹੁਣ ਸਾਨੂੰ ਦੁਬਾਰਾ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਇਹ ਹੁਣ ਟ੍ਰੈਜਡੀ ਉਸੇ ਹੀ ਸਕੇਲ ਦੀ ਹੈ, ਉਸ ਤੋਂ ਵੱਡੀ ਹੈ, ਕਿਉਂਕਿ ਇਹਦੇ ਨਾਲ ਹਰੇਕ ਬੰਦੇ ਦੇ ਉੱਤੇ ਅਸਰ ਪਿਆ। ਸੋ ਇਹਦੇ ਤੋਂ ਇੱਕ ਫਿਰ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ, ਜਿਹੜਾ ਇਹਦਾ ਇਲਾਜ ਲੱਭਿਆ ਗਿਆ, ਉਹ ਲੱਭਿਆ ਗਿਆ ਸੋਸ਼ਲ ਡਿਸਟੈਂਸਿੰਗ। ਤੇ ਜਿਹਨੂੰ ਆਪਣੇ ਰਵੀਸ਼ ਕੁਮਾਰ ਹੋਣਾ ਨੇ ਕਿਹਾ ਵੀ ਸੋਸ਼ਲ ਨਹੀਂ, ਦੈਹਿਕ ਦੇਹ ਦੀ ਡਿਸਟੈਂਸ ਹੈ, ਸਿਰਫ ਸੋਸ਼ਲੀ ਅਸੀਂ ਡਿਸਟੈਂਟ ਨਹੀਂ ਹੋਣਾ। ਲੇਕਿਨ ਕਿਤੇ ਨਾ ਕਿਤੇ ਇਹ ਦੇਹ ਦਾ ਡਿਸਟੈਂਸ, ਜਿਹੜਾ ਦੇਹ ਦੀ ਦੂਰੀ ਹੈ, ਉਹ ਸਮਾਜਿਕ ਦੂਰੀ 'ਚ ਵੱਟ ਰਹੀ ਹੈ। ਥੋੜਾ ਜਿਹਾ ਇਸ਼ਾਰਾ ਤੁਸੀਂ ਉਸ ਗੱਲ ਦਾ ਵੀ ਕੀਤਾ ਹੈਗਾ ਕਿ ਇਹਦਾ ਕੋਈ ਮਤਲਬ ਸਮਾਜਿਕ ਅਰਥ ਇਹਦੇ ਨਿਕਲਦੇ ਨੇ ਵੀ ਜਿਹੜੀ ਸਿਆਸੀ ਪ੍ਰਵਚਨ ਜਾਂ ਸਮਾਜ ਬਦਲੀ ਦਾ ਪ੍ਰਵਚਨ ਏਕੇ ਦੇ ਉੱਤੇ, ਸੰਗਠਨ ਦੇ ਉੱਤੇ ਖੜਾ ਹੈ, ਉਹਦਾ ਭਵਿੱਖ ਕੀ ਹੋਏਗਾ ਜਦੋਂ ਸਮਾਜਿਕ ਦੂਰੀ ਸਾਡੀ ਜ਼ਿੰਦਗੀ ਦਾ ਲਾਜ਼ਮੀ ਹਿੱਸਾ ਅਗਲੇ 1-2 ਸਾਲ ਤੱਕ ਤੇ ਰਹੇਗੀ ਇਸ ਸਮੱਸਿਆ ਕਰਕੇ। ਬਿਲਕੁਲ ਬਿਲਕੁਲ ਸਹੀ ਆਖਿਆ। ਦੇਖੋ, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਤੇ ਇਹ ਵਾਇਰਸ ਜਾਂ ਇਸ ਵਾਇਰਸ ਦਾ ਅਸਰ ਤੇ ਉਹ ਇਸ ਅਸਰ ਹਟਣ ਤੋਂ ਬਾਅਦ ਵੀ ਸਮਾਜਿਕ ਤੌਰ ਦੇ ਉੱਤੇ ਜਿਹੜਾ ਇਹਦੇ ਨਾਲ ਜਿਹੜੇ ਡੂੰਘ ਪੈ ਜਾਣੇ ਨੇ ਉਹ ਰਹਿਣਗੇ ਜੀ। ਤੇ ਉਸ ਸਮੇਂ ਤੱਕ ਇਹ ਕੋਈ ਤੈਅ ਥੋੜਾ ਕਿ ਕੋਈ ਨਵਾਂ ਵਾਇਰਸ ਉਦੋਂ ਤੱਕ ਨਹੀਂ ਆ ਜਾਏਗਾ। ਜਿਸ ਤੇਜ਼ੀ ਦੇ ਨਾਲ ਅਸੀਂ ਨੇਚਰ ਦਾ, ਈਕੋਸਿਸਟਮ ਦਾ
ਪਸ਼ੂਆਂ ਪੰਛੀਆਂ ਦਾ, ਵਨਸਪਤੀ ਦਾ ਜੋ ਅਸੀਂ ਘਾਣ ਕਰਨ ਦੇ ਉੱਤੇ ਮਨੁੱਖ ਨੇ ਜੋ ਲੱਕ ਬੰਨਿਆ ਹੋਇਆ ਹੈ, ਇਹਨੂੰ ਆਪਾਂ ਘਟਾ ਕੇ ਨਾ ਦੇਖੀਏ। ਬਿਲਕੁਲ। ਅੱਜ ਤੱਕ ਇਹਦੇ ਵਿੱਚੋਂ ਵਾਇਰਸਸ ਦਾ ਨਵੀਆਂ, ਮੈਂ ਕਹਿੰਦਾ ਜੀ ਇੱਥੇ ਸੋਕਾ ਹੀ ਪੈ ਸਕਦਾ, ਇੱਥੇ ਹੜ੍ਹ ਆ ਸਕਦਾ, ਅਸੀਂ ਆਇਆ ਦੇਖਿਆ ਹੀ ਹੈ। ਅਸੀਂ ਕਿੰਨੀਆਂ ਕੁ ਥਾਵਾਂ ਦੇ ਉੱਤੇ ਮਤਲਬ ਇਹ ਚੱਲਦਾ ਰਹੂਗਾ, ਸਰਕਾਰਾਂ ਦੀ ਰਿਸਪੋਂਸਿਬਿਲਿਟੀ ਕਿਤੇ ਫਿਕਸ ਨਹੀਂ ਕਰ ਰਹੇ। ਆਪਾਂ ਆਪਣੇ ਸਾਹਮਣੇ ਦੇਖਿਆ ਬਿਆਸ ਦਰਿਆ ਦਾ ਹਾਲ ਅੱਜ ਤੋਂ 2 ਸਾਲ ਪਹਿਲਾਂ ਕੀ ਕੀਤਾ ਗਿਆ ਸੀ। ਆਪਾਂ ਬਿਲਕੁਲ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ ਕਿ ਸਾਰਾ ਉਹ ਜਿਹੜਾ ਕੰਢੀ ਦਾ ਇਲਾਕਾ ਹੈ ਜਾਂ ਜਿਹੜੇ ਦਰਿਆ ਨੇ ਜਿੱਥੋਂ ਰੇਤਾ ਦੀ ਮਾਈਨਿੰਗ ਕੀਤੀ ਜਾ ਰਹੀ ਹੈ, ਸਾਰਾ ਕੁਝ ਤਬਾਹ ਬਰਬਾਦ। ਔਰ ਜਿਸ ਤਰ੍ਹਾਂ ਦੇ ਨਾਲ ਪਾਣੀ ਘਟ ਰਿਹਾ ਹੈਗਾ ਔਰ ਵੱਡੀਆਂ ਵੱਡੀਆਂ ਇਮਾਰਤਾਂ ਜਿਵੇਂ ਚੱਲ ਰਹੀਆਂ ਨੇ, ਹੁਣ ਤੁਸੀਂ ਸੋਚ ਕੇ ਦੇਖੋ ਜ਼ਰਾ ਕਿ ਚੰਡੀਗੜ੍ਹ ਦੇ ਉੱਤੇ ਜੀ ਆਪਾਂ ਇਹ ਗੱਲ ਸੁਣਦੇ ਆਏ ਹਾਂ ਜਦੋਂ ਦੀ ਆਪਣੀ ਉਮਰ ਹੋਈ ਹੈ ਕਿ ਜੀ ਚੰਡੀਗੜ੍ਹ ਬਹੁਤ ਰੌਲੇ ਵਾਲੀ ਥਾਂ ਹੈ ਪੰਜਾਬ ਤੇ ਹਰਿਆਣੇ ਦੇ ਦਰਮਿਆਨ। ਅੱਛਾ, ਆ ਹੋਇਆ ਕਰਫਿਊ ਲੱਗਿਆ, ਲੋਕਡਾਊਨ ਹੋਇਆ ਤੇ ਪਤਾ ਇਹ ਲੱਗਿਆ ਕਿ ਜੀ ਇੱਥੇ ਤੇ ਨੀਲ ਗਾਵਾਂ ਦੇ ਵਗ ਫਿਰਦੇ ਨੇ, ਇੱਥੇ ਤੇ ਜੀ ਚਿੱਤਰੇ ਜਿਹੜੇ ਹਿਰਨ ਨੇ, ਸਪੋਟਡ ਡੀਅਰ, ਉਹ ਆ ਉਤਰੇ ਨੇ ਚੰਡੀਗੜ੍ਹ ਦੇ ਵਿੱਚ। 2 ਤੇਂਦੂਏ ਆ ਕੇ ਚੰਡੀਗੜ੍ਹ ਦੇ ਵਿੱਚ ਗਸ਼ਤ ਕਰਦੇ ਰਹੇ ਨੇ 2-3 ਦਿਨ। ਤੇ ਇਸ ਕਿਸਮ ਦੀ ਜਿਹੜਾ ਹੈਗਾ ਸਾਰੇ ਦਾ ਸਾਰਾ ਜਿਹੜੇ ਜੀਵ ਨੇ ਉਹ ਆ ਰਹੇ ਨੇ। ਮੈਂ ਸੋਚ ਰਿਹਾ ਸੀ ਮੈਂ ਕਿ ਯਾਰ ਚੰਡੀਗੜ੍ਹ ਦੇ ਉੱਤੇ ਇਹ ਵੀ ਆਪਣਾ ਕਲੇਮ ਰੱਖਣ ਆਏ ਹੈ ਕਿ ਇਹ ਥਾਂ ਸਾਡੀ, ਤੇ ਇਹ ਬੰਦੇ ਨੇ ਇਹਦੇ ਤੇ ਕਬਜ਼ਾ ਕਰਕੇ ਸਾਨੂੰ ਜਿਹੜਾ ਸੁਖਨਾ ਤੋਂ ਤਾਂ ਜਾੜ ਦਿੱਤਾ। ਹੁਣ ਤੁਸੀਂ ਅੰਦਰ ਗਏ ਹੋ ਤਾਂ ਹੁਣ ਅਸੀਂ ਆਪਣੀ ਜਰਾ ਥਾਂ ਕਲੇਮ ਕਰਨਾ ਹੈ ਜੀ। ਇਹ ਨੇਚਰ ਦਾ ਜਿਹੜਾ ਰੀਕਲੇਮੇਸ਼ਨ ਹੈ ਉਹ ਤੇ ਹੈਗਾ, ਲੇਕਿਨ ਜਿਹੜੀ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਦਾ ਸਵਾਲ ਆਉਂਦਾ, ਤਾਂ ਉਹਦੀ ਰੈਸਿਸਟੈਂਸ 'ਚ ਜਾਂ ਉਹਦੇ ਸਾਹਮਣੇ ਇੱਕ ਪ੍ਰਵਚਨ ਖੜਾ ਕਰਨ ਲਈ ਅਸੀਂ ਇਹ ਕਹਿੰਦੇ ਹਾਂ ਵੀ ਏਕੇ ਦਾ ਸੰਘਰਸ਼, ਠੀਕ ਹੈ। ਤੇ ਪਰ ਜਦੋਂ ਸਮਾਜਿਕ ਦੂਰੀ ਇੱਕ ਨੋਰਮ ਬਣ ਜਾਏਗੀ, ਉਦੋਂ ਏਕੇ ਦੇ ਸੰਘਰਸ਼ ਦੀ ਜਿਹੜੀ ਪ੍ਰਵਚਨ ਹੈ ਉਹਦਾ ਕੀ ਭਵਿੱਖ? ਮੈਂ ਆ ਰਿਹਾ ਸੀ ਥੋੜਾ ਜਿਹਾ ਸਮਾਂ ਲੈ ਕੇ ਉਧਰ ਨੂੰ, ਚੰਗਾ ਕੀਤਾ ਤੁਸੀਂ ਇਸ ਗੱਲ ਨੂੰ। ਆਪਾਂ ਇਹਨੂੰ ਇਸ ਤਰ੍ਹਾਂ ਦੇ ਨਾਲ ਦੇਖੀਏ ਕਿ ਇਹ ਜਿਹੜਾ ਨਾ ਸੰਘਰਸ਼ ਤੇ ਏਕਾ, ਇਹ ਵੈਬ ਚੋਂ ਤੇ ਉਤਰਨਾ ਨਹੀਂ। ਪੰਜਾਬ ਦੇ ਵਿੱਚ ਸੰਘਰਸ਼ ਵੀ ਗੈਰ ਹਾਜ਼ਰ ਸੀ, ਏਕਾ ਤੇ ਬਿਲਕੁਲ ਹੀ ਨਹੀਂ। ਇਹ ਸਮਾਜਿਕ ਦੂਰੀ ਇਸ ਤੋਂ ਪਹਿਲਾਂ ਵੀ ਚੱਲ ਰਹੀ ਸੀ, ਉਹ ਸਾਨੂੰ ਉਵੇਂ, ਅਸੀਂ ਉਸ ਨੂੰ ਸਮਾਜਿਕ ਦੂਰੀ ਕਹਿਣ ਦੇ ਆਦੀ ਨਹੀਂ। ਸਮਾਜਿਕ ਦੂਰੀ ਕਿਵੇਂ ਚੱਲ ਰਹੀ ਸੀ ਕਿ ਅੰਗਰੇਜ਼ੀ ਮਾਧਿਅਮ, ਅੰਗਰੇਜ਼ੀ ਸਕੂਲਾਂ ਦੇ ਵਿੱਚ, ਸ਼ਹਿਰੀ ਸਕੂਲਾਂ ਦੇ ਵਿੱਚ ਖਾਂਦੇ ਪੀਂਦੇ ਘਰਾਂ ਦੇ ਬੱਚੇ ਪੜ੍ਹਦੇ ਨੇ, ਸਰਕਾਰੀ ਸਕੂਲਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਤੇ ਗਰੀਬ ਦਲਿਤਾਂ ਦੇ ਜਾਂ ਗਰੀਬ ਕਿਸਾਨਾਂ ਦੇ ਬੱਚੇ ਬੱਚੀਆਂ ਉੱਥੇ ਪੜ੍ਹਦੇ ਨੇ। ਇਹ ਸਮਾਜਿਕ ਦੂਰੀ ਸੀ। ਸਰਕਾਰੀ ਹਸਪਤਾਲਾਂ ਦੇ ਵਿੱਚ ਗਰੀਬ ਤਰ ਬੰਦੇ ਦਾ ਇਲਾਜ ਜਿੰਨਾ ਕੁ ਹੁੰਦਾ ਸੀ ਤੇ ਜਿੰਨਾ ਕੁ ਨਹੀਂ ਹੁੰਦਾ ਸੀ ਉਹ ਸੀ, ਤੇ ਬਾਕੀ ਵੱਡਿਆਂ ਦੇ ਲਈ ਉਹ ਦੂਸਰੇ ਬਣ ਚੁੱਕੇ ਸੀ। ਖਰੀਦਦਾਰੀ ਦੇ ਲਈ ਉਹ ਕਿੱਥੇ ਜਾਂਦੇ ਸੀ ਤੇ ਬਾਕੀ ਦੇ ਖਾਂਦੇ ਪੀਂਦੇ ਸੈਕਸ਼ਨ ਕਿੱਥੇ ਜਾਂਦੇ ਸੀ। ਸੋ ਸਮਾਜਿਕ ਦੂਰੀ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਗਹਿਰੀ ਪ੍ਰੈਕਟਿਸ ਉਹਦੀ ਸਾਡੇ ਸਮਾਜ ਦੇ ਵਿੱਚ ਵਸੀ ਹੋਈ ਸੀ। ਇਹ ਕੋਈ ਕਰੋਨਾ ਨੇ ਤਾਂ ਇਹ ਕਰ ਦਿੱਤਾ ਕਿ ਇਸ ਸਮਾਜਿਕ ਦੂਰੀ ਦਾ ਉਸ ਨੇ ਅੰਤ ਵੀ ਦਿਖਾ ਦਿੱਤਾ ਕਿ ਇਹ ਇੱਥੋਂ ਤੱਕ ਇਹਦੀ ਸਿਖਰ ਦਿਖਾਈ, ਬਲਕਿ ਅੰਤ ਨਾ ਸੀ, ਉਹਨੇ ਇਹਦੀ ਸਿਖਰ ਦਿਖਾਈ ਕਿ ਆਹ ਗੱਲ ਬਣੀ। ਪਹਿਲੀ ਵਾਰ ਹੈ ਕਿ ਦੋਵਾਂ ਨੂੰ ਉਹ ਵਾਲੀ ਵੰਡ ਤੇ ਬਿਲਕੁਲ ਪਹਿਲਾਂ ਤੋਂ ਸਪਸ਼ਟ ਸੀ, ਹੈਵ ਜਾਂ ਹੈਵ ਨੋਟ ਦੀ, ਸਾਧਨਹੀਨਾਂ ਤੇ ਸਾਧਨ ਸੰਪੰਨਾਂ ਦੀ ਤਾਂ ਸੀਗੀ, ਪਰ ਜਿਹੜੇ ਏਕੇ ਦੀ ਗੱਲ ਚੱਲਦੀ ਸੀ ਉਹ ਤੇ ਸਾਧਨਹੀਨਾਂ ਦੇ ਏਕੇ ਦੀ ਗੱਲ ਚੱਲਦੀ ਸੀ ਨਾ, ਕਿ ਉਹ ਤਾਂ ਹੀ ਰੀਕਲੇਮ ਕਰ ਸਕਦੇ ਆ ਸਾਧਨ ਸੰਪੰਨਾਂ ਤੋਂ ਆਪਣਾ ਹੱਕ ਜੇ ਉਹ ਇਕੱਤਰ ਹੁੰਦੇ ਆ, ਇਕਜੁੱਟਤਾ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਦੇਖੀਏ ਆਪਾਂ ਤੁਹਾਡੀ ਗੱਲ ਨੂੰ ਨਾ, ਮੈਂ ਥੋੜਾ ਜਿਹਾ ਇਹਦੇ ਨਾਲ ਵਿਸਥਾਰ ਦੇਣਾ ਇਸ ਕਰਕੇ ਚਾਹ ਰਿਹਾ ਸੀ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਵਾਲਾ ਇੱਕ ਮੁੱਦਾ ਹੈ, ਉਹਦੇ ਉੱਤੇ ਕਿਸਾਨਾਂ ਦੀ ਰਾਏ ਹੋਰ ਹੈ, ਬਾਕੀ ਸਾਰੇ ਪੰਜਾਬ ਦੀ ਰਾਏ ਫਰਕ ਆ ਉਹਨਾਂ ਦੇ ਨਾਲ। ਬਿਲਕੁਲ। ਅੱਛਾ, ਉਹ ਕਿਸਾਨਾਂ ਦੀ ਉਹਨਾਂ ਦੇ ਉੱਤੇ ਉਹੀ ਡਿਮਾਂਡ ਹੈ ਕਿ ਸਾਨੂੰ ਪੈਸੇ ਦਿਓਗੇ ਤਾਂ ਅਸੀਂ ਨਹੀਂ ਸਾੜਾਂਗੇ, ਅਦਰਵਾਈਜ਼ ਸਾਡੀ ਕੋਈ ਰਿਸਪੋਂਸਿਬਿਲਿਟੀ। ਹੁਣ ਇਹ ਇੱਕ ਜਿਹੜਾ ਰਿਸ਼ਤਾ ਹੈ ਕਿ ਅਸੀਂ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੁੰਦੇ। ਕੋਈ ਕਲਾਈਮੇਟ ਚੇਂਜ ਨਹੀਂ ਹੋ ਰਹੀ, ਜੇ ਇਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਤਾਂ ਉਹ ਇਹ ਕਹਿ ਦੇਣਗੇ ਕਿ ਇਹ ਤਾਂ ਐਵੇਂ ਸਾਮਰਾਜਵਾਦੀ ਪ੍ਰਚਾਰ। ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ 2 ਮਹੀਨੇ ਤਾਂ ਨਰਕ ਦੇ ਅਸੀਂ ਵੈਸੇ ਵੀ ਕੱਢਦੇ ਹੀ ਸੀ, ਜਿਹੜਾ ਧੂੰਆਂ ਚੜ੍ਹਦਾ ਸੀ ਉਹਨੂੰ ਇਹ ਤਰਕ ਦਿੱਤਾ ਜਾਂਦਾ ਸੀ ਕਿ ਸਾਰੇ ਬਾਕੀਆਂ ਥਾਵਾਂ ਤੇ ਤਾਂ ਇੰਨਾ ਹੋ ਰਿਹਾ, ਤੁਸੀਂ ਇਹਨੂੰ ਕਿਉਂ ਕਹਿ ਰਹੇ ਹੋ। ਮੈਂ ਇਹ ਕਹਿ ਰਿਹਾ ਕਿ ਸਾਡੇ ਕੋਲ ਫਿਰ ਨੈਤਿਕ
ਆਧਾਰ ਕੀ ਰਹਿ ਜਾਂਦਾ ਕਿ ਅਸੀਂ ਦੂਜੇ ਪ੍ਰਦੂਸ਼ਣ ਨੂੰ ਮਾੜਾ ਆਖੀਏ। ਇਹ ਉਹਨਾਂ ਧਿਰਾਂ ਦੇ ਵੱਲੋਂ ਹੈ ਜਿਹੜੀਆਂ ਕਿ ਰਿਸਪੌਂਸਿਬਲ ਨੇ, ਜਿਹੜੀਆਂ ਸਮਝਦੀਆਂ ਨੇ, ਜਿਹੜੀਆਂ ਏਕੇ ਤੇ ਸੰਘਰਸ਼ ਦੀ ਪਾਲ ਦੇ ਉੱਤੇ ਖੜ ਕੇ ਅੱਗੇ ਗੱਲ ਤੋਰਦੀਆਂ ਨੇ। ਮੈਂ ਪੰਜਾਬ ਦੇ ਸਾਹਮਣੇ ਇਸ ਸੰਕਟ ਦੀ ਗੱਲ ਕਰ ਰਿਹਾ। ਤੁਸੀਂ ਹੁਣ ਜਿਹੜਾ ਗੌਰ ਨਾਲ ਦੇਖੋ ਕਿ ਲਾਤੀਨੀ ਅਮਰੀਕਾ ਇਸ ਸਮੇਂ ਲੀਡਰਸ਼ਿਪ ਦੇ ਰਿਹਾ, ਦੋ ਪੱਧਰਾਂ ਦੇ ਉੱਤੇ ਦੇ ਰਿਹਾ। ਕਿਊਬਾ ਜਿਸਨੇ ਕਿ ਆਪਣੇ ਸਿਹਤ ਤੇ ਸਿਖਲਾਈ ਦੇ ਮੈਕੈਨਿਜ਼ਮ ਨੂੰ ਉਹਨੇ ਦੁਨੀਆ ਦੇ ਵਿੱਚ ਉਹਨੇ ਇਹ ਸਾਬਿਤ ਕੀਤਾ ਕਿ ਅਸੀਂ ਸਭ ਤੋਂ ਬਿਹਤਰ ਇਕੁਇਪਡ ਹਾਂ ਇਸ ਅਜਿਹੀਆਂ ਮਹਾਂਮਾਰੀਆਂ ਦਾ ਟਾਕਰਾ ਕਰਨ ਦੇ ਲਈ। ਅਮਰੀਕਾ ਨਹੀਂ ਹੈ, ਇੰਗਲੈਂਡ ਨਹੀਂ ਹੈ। ਇਹ ਬਹੁਤ ਵੱਡੀ ਇੱਕ ਜਿੱਤ ਹੈ ਜਿਹੜੀ ਉਹਨਾਂ ਦੀ ਹੋਈ ਹੈ। ਦੂਸਰੀ ਗੱਲ ਕਿ ਸਿਰਫ ਉਹ ਸੁਵਿਧਾਵਾਂ ਦਾ ਹੀ ਸਵਾਲ ਨਹੀਂ ਹੈ, ਮਾਨਵਵਾਦੀ ਮਨੁੱਖਵਾਦੀ ਪੈਂਤੜੇ ਦਾ ਵੀ ਸਵਾਲ ਹੈ ਕਿ ਉਹਨਾਂ ਨੇ ਵੈਲਕਮ ਕੀਤਾ ਕਿ ਅਸੀਂ ਟ੍ਰੀਟ ਕਰਦੇ ਹਾਂ, ਇੱਥੇ ਆ ਜਾਓ। ਜਿਹੜੇ ਬੰਦਿਆਂ ਨੂੰ ਕੋਈ ਇੱਕ ਲਗਜ਼ਰੀ ਲਾਈਨਰ ਸੀ ਉਸ ਨੂੰ ਕੋਈ ਡੌਕ ਨਹੀਂ ਸੀ ਕਰਨ ਦੇ ਰਿਹਾ ਕਿ ਇਹਦੇ ਅੰਦਰ ਕਰੋਨਾ ਫੈਲਿਆ ਹੋਇਆ, ਇਹ ਸਾਡੇ ਦੇਸ਼ ਨਾ ਆਉਣ। ਕਿਊਬਾ ਨੇ ਆਪਣੇ ਅੰਦਰ ਆਖਿਆ ਕਿ ਨਹੀਂ, ਇਹਨਾਂ ਨੂੰ ਇੱਥੇ ਲੈ ਕੇ ਆਓ, ਅਸੀਂ ਇਹਨਾਂ ਦਾ ਇਲਾਜ ਕਰਦੇ ਹਾਂ। ਇੱਕ ਗੱਲ। ਦੂਸਰੇ ਪੱਧਰ ਦੇ ਉੱਤੇ ਜੇ ਤੁਸੀਂ ਵੈਨੇਜ਼ੁਏਲਾ ਨੂੰ ਦੇਖੋ, ਚਿਲੇ ਨੂੰ ਦੇਖੋ, ਬੋਲੀਵੀਆ ਨੂੰ ਦੇਖੋ, ਇੱਥੇ ਮਜ਼ਦੂਰਾਂ ਨੇ, ਔਰਤਾਂ ਨੇ ਤੇ ਹੋਰ ਲੋਕਾਂ ਨੇ ਨਵ ਉਦਾਰ ਨੀਤੀਆਂ ਦੇ ਖਿਲਾਫ, ਆਪਣੇ ਸ਼ਾਸਕਾਂ ਦੇ ਖਿਲਾਫ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਮੂਵਮੈਂਟ ਖੜੀ ਕੀਤੀ ਹੋਈ ਹੈ। ਬ੍ਰਾਜ਼ੀਲ ਉਹਦੇ ਵਿੱਚ ਸ਼ਾਮਿਲ ਹੈ। ਕਰੋਨਾ ਨੇ ਨਵ ਉਦਾਰ ਸਿਸਟਮ ਦੀਆਂ ਕਿ ਜਿਹੜਾ ਕਿ ਸਿਰਫ ਲੁੱਟ ਖੋਹ ਤੇ ਮੁਨਾਫੇ ਦੇ ਉੱਤੇ ਹੈ, ਜਿਹਦੇ ਵਿੱਚ ਕਿ ਪਬਲਿਕ ਸਰਵਿਸਿਜ਼ ਬਿਲਕੁਲ ਤਹਿਸ-ਨਹਿਸ ਕੀਤੀਆਂ ਜਾ ਰਹੀਆਂ ਸਨ, ਇਹਦੇ ਵਿੱਚ ਉੱਥੇ ਕਿਉਂਕਿ ਹੇਠਾਂ ਰੈਜ਼ਿਸਟੈਂਸ ਤੇ ਅੰਦੋਲਨ ਮੌਜੂਦ ਸੀ, ਉਹਨਾਂ ਨੇ ਇਸ ਗੱਲ ਨੂੰ ਜਜ਼ਬ ਕਰਦੇ ਆ ਜਿਸ ਤਰ੍ਹਾਂ ਦੇ ਨਾਲ ਉੱਥੇ ਨਵੇਂ ਕਾਨੂੰਨ ਤੇ ਨਵੀਆਂ ਕਨਵੈਨਸ਼ਨਸ ਖੜੀਆਂ ਕਰਕੇ ਉਹ ਆਪਣਾ ਦਾਅਵਾ ਤਕੜਾ ਕਰ ਰਹੇ ਸੀ। ਇਹਨਾਂ ਨੇ ਉਹਨਾਂ ਨੂੰ ਸੜਕਾਂ ਦੇ ਉੱਤੇ ਭਾਂਜ ਦੇਣੀ ਤੇ ਉਹਨਾਂ ਨੂੰ ਚੈਲੰਜ ਕਰਨਾ ਵਧਾਇਆ ਹੋਇਆ। ਮਤਲਬ ਇੱਥੋਂ ਇਸ ਗੱਲ ਦਾ ਇਹ ਪਤਾ ਲੱਗਦਾ ਕਿ ਜਿਹੜੀਆਂ ਤਾਕਤਾਂ ਕਰੋਨਾ ਦੇ ਆਉਣ ਤੋਂ ਪਹਿਲਾਂ ਜਿੱਥੇ ਸੰਘਰਸ਼ ਕਰ ਰਹੀਆਂ ਸਨ ਨਵੇਂ ਢੰਗ ਦੇ ਨਾਲ, ਵੱਡੇ ਗਿਣਤੀ 'ਚ ਲੋਕਾਂ ਨੂੰ ਆਪਣੇ ਨਾਲ ਲੈ ਕੇ, ਉਹ ਇਸ ਸੰਘਰਸ਼ ਦੇ ਵਿੱਚੋਂ ਵੀ ਤਕੜੀਆਂ ਹੋ ਕੇ ਸਾਹਮਣੇ ਆ ਰਹੀਆਂ ਨੇ ਔਰ ਉਹਨਾਂ ਦੇ ਹਾਲਾਤ ਉੱਥੇ ਮੁਕਾਬਲਤਨ ਬਿਹਤਰ ਨੇ। ਉਹਨਾਂ ਨੇ ਆਪਣੇ ਨਾਲ ਲੋਕਾਂ ਦੀ ਗਿਣਤੀ ਨੂੰ ਜੋੜਿਆ ਹੈ ਜਿੱਥੇ ਇਹ ਨਹੀਂ ਸੀ ਤੇ ਜਿੱਥੇ ਅਜਿਹੀਆਂ ਗੱਲਾਂ ਨੂੰ ਲੈ ਕੇ ਕੋਈ ਬਹੁਤ ਦੂਰ ਦੀ ਸਟ੍ਰੈਟਜੀ ਵੀ ਨਹੀਂ ਸੀ, ਉੱਥੇ ਸਗੋਂ ਲੋਕ ਪਿਛਾਂਹ ਪਏ ਨੇ। ਹੁਣ ਅਸੀਂ ਕੀ ਦੇਖ ਰਹੇ ਹਾਂ ਕਿ ਕਿਸਾਨ ਮਜ਼ਦੂਰ ਕਿਸੇ ਹੱਦ ਤੱਕ ਚੁੱਪ ਕਰਕੇ ਆਪਣੇ ਘਰਾਂ ਨੂੰ ਪੈਦਲ ਜਾ ਰਹੇ ਨੇ, ਰੋਜ਼ ਨਹੀਂ ਆ ਰਹੇ, ਇਕੱਠੇ ਨਹੀਂ ਹੋ ਪਾ ਰਹੇ, ਉਹ ਤਾਕਤ ਨਹੀਂ ਹੈ ਜਿਹੜੀ ਇਹਨਾਂ ਨੂੰ ਇਕੱਠਿਆਂ ਕਰ ਸਕੇ। ਇਹ ਆਰਥਿਕਲੀ ਨਹੀਂ ਹੁੰਦਾ ਕਿ ਜਦੋਂ ਬੰਦੇ ਦੇ ਉੱਤੇ ਦਬਾਅ ਵੱਧਦਾ, ਪ੍ਰੈਸ਼ਰ ਵੱਧਦਾ, ਐਕਸਪਲੋਇਟੇਸ਼ਨ ਵੱਧਦੀ ਹੈ ਤਾਂ ਉਹ ਕੋਈ ਮੱਲੋ ਮੱਲੀ ਖੱਬੇ ਪੱਖ ਵੱਲ ਆ ਜਾਂਦਾ। ਇਹ ਕਿਤੇ ਨਹੀਂ ਹੁੰਦਾ, ਇਹ ਹੋਣਾ ਬਿਲਕੁਲ ਲਾਜ਼ਮੀ ਨਹੀਂ ਹੈ। ਇਹ ਖੱਬਾ ਪੱਖ ਉਹਨਾਂ ਨੂੰ ਲੈ ਕੇ ਰਿਸਪੌਂਸਿਵ ਨਹੀਂ ਹੈ। ਜੇ ਉਹ ਆਪ ਇਸ ਗੱਲ ਤੇ ਖੜਾ ਹੈ ਕਿ ਸੰਕਟ ਵਧੂਗਾ, ਲੋਕ ਦੁਖੀ ਹੋਣਗੇ, ਸਾਡੇ ਵੱਲ ਆਪਣੇ ਆਪ ਹੀ ਆ ਜਾਣਗੇ, ਇਹ ਇਸ ਗਲਤ ਫਹਿਮੀ ਚੋਂ ਬਾਹਰ ਆ ਜਾਣ। ਜੀ ਇੱਥੋਂ ਹੀ ਮੈਂ ਇੱਕ ਗੱਲ ਜੋੜਦਾ ਕਿ ਜਿੰਨਾ ਕੁ ਚਿੰਤਨ ਲਾਕਡਾਊਨ ਤੋਂ ਦੇ ਦੌਰਾਨ ਪੰਜਾਬੀ ਬੌਧਿਕਤਾ ਦਾ ਆਇਆ ਮੁੱਖ ਧਾਰਾਈ ਮੀਡੀਆ ਦੇ ਜ਼ਰੀਏ, ਤਾਂ ਉਹ ਸਾਰਾ ਚਿੰਤਨ ਲਗਭਗ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਸਾਡੇ ਕੋਲ ਨਾ ਤੇ ਉਸ ਨੂੰ ਲੀਡ ਕਰਨ ਦੇ ਲਈ ਕੋਈ ਤਿਆਰੀ ਸੀ। ਤੁਸੀਂ ਇਹ ਕਿਹਾ ਕਿ ਉੱਥੇ ਥੋੜੀ ਬਹੁਤ ਜਿਹੜੀ ਰੈਜ਼ਿਸਟੈਂਸ ਦੀ ਇੱਕ ਸਥਿਤੀ ਸੀ ਜੋ ਇੱਥੇ ਨਹੀਂ ਹੈ, ਤੇ ਉਹ ਜਿਹੜਾ ਸਾਡਾ ਚਿੰਤਨ ਵੀ ਆ ਉਹ ਵੀ ਹੁਣ ਉਹ ਉਸ ਆਧਾਰ ਦੇ ਉੱਤੇ ਬਹੁਤ ਜ਼ਿਆਦਾ ਖੜਿਆ ਹੋਇਆ। ਜਦੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਲਾਕਡਾਊਨ ਦੀ ਤੇ ਪਹਿਲਾਂ ਤੇ ਹਰਾਰੇ ਉਹਨਾਂ ਨੂੰ ਸਿੱਧਾ ਟਰਾਂਸਲੇਟ ਕਰਕੇ ਪੰਜਾਬੀ 'ਚ ਲਿਆਂਦਾ ਜਾਂਦਾ ਤੇ ਸਾਰੀ ਟੇਕ ਉਹਦੇ ਉੱਤੇ ਛੱਡ ਦਿੱਤੀ ਜਾਂਦੀ ਆ ਵੀ ਜੀ ਇਹਨਾਂ ਨੇ ਲਿਖਿਆ ਹੈ ਲਾਕਡਾਊਨ ਦੇ ਕਰੋਨਾ ਦੇ ਨਾਲ ਸੰਬੰਧਿਤ ਭਵਿੱਖ ਆ ਹੋਏਗਾ। ਉਸ ਤੋਂ ਬਾਅਦ ਉਹਦੇ ਉੱਤੇ ਉਹਦੇ ਤਬਸਰਿਆਂ ਦੇ ਰੂਪ 'ਚ ਹੀ ਪੰਜਾਬੀ ਚਿੰਤਨ ਸਾਹਮਣੇ ਆਉਂਦਾ। ਕੀ ਤੁਸੀਂ ਵੀ ਪੜ੍ਹਿਆ ਹੋਏਗਾ ਹਰਾਰੇ ਹੋਣਾ ਨੂੰ? ਜੋ ਜਿੰਨੀ ਕੁ ਮੇਰੀ ਸਮਝ ਹੈ ਮੈਂ ਸਮਝ ਸਕਿਆ ਵੀ ਉਹ ਤੇ ਕਹਿੰਦੇ ਨੇ ਵੀ ਇੱਕ ਸੁਪਰ ਹਿਊਮਨ ਸਪੀਸ਼ੀਜ਼ ਬਣ ਜਾਏਗੀ, ਸਪੀਸ਼ੀਜ਼ ਪੱਧਰ ਦਾ ਤੇ ਉਹ ਕਹਿੰਦੇ ਹੁਣ ਵਰਗ ਵੰਡ ਹੋਣ ਵਾਲੀ ਹੈ ਵੀ ਇੱਕ ਸੁਪਰ ਹਿਊਮਨ ਸਪੀਸ਼ੀਜ਼ ਬਣ ਜਾਏਗੀ ਤੇ ਇੱਕ ਯੂਜ਼ਲੈਸ ਸਪੀਸ਼ੀਜ਼ ਬਣ ਜਾਏਗੀ ਤੇ ਭਵਿੱਖ ਸਾਡਾ ਇਹ ਹੈ, ਇਹਨੂੰ ਐਕਸੈਪਟ ਕਰ ਲਓ, ਜਾਂ ਤੇ ਸੁਪਰ ਹਿਊਮਨ ਬਣ ਜਾਓ ਜਾਂ ਯੂਜ਼ਲੈਸ ਵਾਲੇ ਖਾਨੇ 'ਚ ਜਾਣ ਲਈ ਤਿਆਰ ਹੋ ਜਾਓ। ਤੇ ਸਾਡਾ ਪੰਜਾਬੀ ਦਾ ਚਿੰਤਨ ਕਹਿ ਰਿਹਾ ਵੀ ਹਰਾਰੇ ਹੀ ਭਵਿੱਖ ਦਾ ਚਿੰਤਨ ਹੈ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਮਤਲਬ ਮੇਰੀ ਰਾਏ ਇਹ ਹੈ ਕਿ ਹਰਾਰੀ ਨੂੰ ਇੰਨਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ, ਪਹਿਲੀ ਗੱਲ ਜੀ। ਦੂਸਰੀ ਗੱਲ ਇਹ ਕਿ ਹਰਾਰੀ ਦੇ ਚਿੰਤਨ ਦੀਆਂ ਆਪਣੀਆਂ ਬੁਨਿਆਦਾਂ ਕੀ ਨੇ ਜੀ, ਕੀ ਕੀਤਾ ਉਹਨੇ ਐਸਾ। ਉਹਦੀਆਂ ਕਿਤਾਬਾਂ ਇਹੋ ਜਿਹੀਆਂ ਗੱਲਾਂ ਐਲਵਿਨ ਟੋਫਲਰ ਪਹਿਲਾਂ ਕਰਦਾ ਹੁੰਦਾ ਸੀ ਦ ਥਰਡ ਦੇ, ਉਹ ਜਿਹੜਾ ਉਹਦਾ ਸੀਗਾ ਉਹ ਸ਼ੌਕ ਸੀ ਫਿਊਚਰ ਸ਼ੌਕ ਕਰਕੇ। ਅਜਿਹਾ ਕੰਮ ਸਾਇੰਟਿਫਿਕ ਫਿਕਸ਼ਨ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਹੱਦ ਤੱਕ ਕੀਤਾ
H.G. ਵੈਲਜ਼ ਨੇ। ਇੱਕ ਹੋਰ ਨਾਵਲ ਸੀ ਇਸੇ ਕਿਸਮ ਦਾ, ਮੈਨੂੰ ਉਹਦੇ ਟਾਈਟਲ ਦਾ ਨਾਮ ਭੁੱਲ ਗਿਆ, ਬ੍ਰੇਵ ਨਿਊ ਵਰਲਡ ਕਰਕੇ, ਜਿਹਦੇ ਵਿੱਚ ਉਹਨਾਂ ਨੇ ਅਜਿਹੀਆਂ ਚੀਜ਼ਾਂ ਦਿਖਾਈਆਂ ਨੇ ਲਗਾਤਾਰ। ਹੁਣ ਮੁੱਦਾ ਇਹ ਹੈ ਕਿ ਯੂਜ਼ਲੈਸ ਬਣ ਜਾਣਗੇ ਤੇ ਸੁਪਰ ਹਿਊਮਨ ਹੋ ਜਾਣਗੇ ਤੇ ਸਪੀਸ਼ੀਜ਼ ਦਾ ਇਹ ਐਵੋਲੂਸ਼ਨ ਹੋ ਜਾਏਗਾ। ਆਈ ਡਾਊਟ ਇਟ, ਸੀਰੀਅਸਲੀ ਆਈ ਡਾਊਟ ਇਟ। ਕਿ ਇਹਦੇ ਵਿੱਚ ਜੇ ਸੰਘਰਸ਼ ਗਾਇਬ ਹੈ, ਜੇ ਯੂਜ਼ਲੈਸ ਦੀ ਐਡੀ ਮੈਜੋਰਿਟੀ ਨੇ ਜੇ ਚੁੱਪ ਹੀ ਕਰੇ ਰਹਿਣਾ ਤੇ ਉਹਨੂੰ ਜੇ ਲੜਨਾ ਹੀ ਨਹੀਂ ਆਉਣਾ ਤੇ ਜੇ ਸਾਡਾ ਬੁੱਧੀਜੀਵੀ ਸਿਰਫ ਇਹ ਦੋ ਬੰਦਾ ਜੀ, ਇਹ ਤਾਂ ਜੀ ਹੁਣ ਕਹਿ ਦਿੱਤੀਆਂ ਜੀ, ਇਹ ਤਾਂ ਹੁਣ ਪੱਥਰ ਤੇ ਲਕੀਰ ਹੋ ਗਈ। ਮੈਨੂੰ ਇਹ ਲੱਗਦਾ ਹੈ ਕਿ ਇਹ ਚਿੰਤਨ ਨਹੀਂ, ਇਹ ਸ਼ਬਦ ਹੈ। ਇਹ ਤੇ ਪੂਰੀ ਤਰ੍ਹਾਂ ਦੇ ਨਾਲ ਇੱਕ ਕਿਸਮ ਦੀ ਹੈ ਵੀ ਇਹ ਤੇ ਜੀ ਹੁਣ ਗੁਰੂ ਮਹਾਰਾਜ ਦਾ ਬਚਨ ਹੋ ਗਿਆ, ਇਹ ਤੇ ਅਟੱਲ ਹੈ ਤੇ ਇਹਨੂੰ ਤੇ ਹੁਣ ਮੰਨਣਾ ਤੇ ਭਾਣਾ ਵੀ ਮੰਨਣਾ ਤੇ ਇੱਥੇ ਵੀ ਮੰਨਣਾ। ਫਿਰ ਹੁਣ ਦੱਸਣ ਪੰਜਾਬੀ ਬੁੱਧੀਜੀਵੀ ਵੀ ਇਹ ਹੁਣ ਸੁਪਰ ਹਿਊਮਨ ਚਾਹੁੰਗੇ ਤੇ ਇਹਨਾਂ ਨੇ ਯੂਜ਼ਲੈਸ ਦੇ ਵਿੱਚ ਰਹਿਣਾ। ਤੇ ਜੇ ਇਹੋ ਹੀ ਦੋ ਬਚੀਆਂ ਨੇ ਤਾਂ ਮੈਨੂੰ ਇਹ ਲੱਗਦਾ ਕਿ ਇਹਦੇ ਅੰਦਰ ਜੇ ਸੰਘਰਸ਼ ਨਹੀਂ ਹੋਏਗਾ, ਸੰਘਰਸ਼ ਦੇ ਨਾਲ ਹੀ ਚੀਜ਼ਾਂ ਬਦਲਦੀਆਂ ਨੇ। ਹਮੇਸ਼ਾ ਖਾਂਦੀ ਪੀਂਦੀ ਸ਼੍ਰੇਣੀ ਆਪਣੇ ਆਪ ਨੂੰ ਸੁਪਰ ਹਿਊਮਨ ਦੇ ਵਿੱਚ ਹੀ ਰੱਖਦੀ ਹੈ ਜੀ। ਉਸੇ ਦੀ ਖਾਤਰ ਹੀ ਸਾਰੀ ਦੁਨੀਆ ਬਾਕੀਆਂ ਨੂੰ ਕਿਵੇਂ ਮਾੜਾ ਮੋਟਾ ਰੂੰਗਾ ਮਿਲਦਾ ਹੈ ਜੀ। ਇਹ ਹਮੇਸ਼ਾ ਇਤਿਹਾਸ ਦੀ ਸਾਨੂੰ ਸਮਝ ਇਹ ਵੀ ਦੱਸਦੀ ਹੈ, ਇਹ ਹਮੇਸ਼ਾ ਨਹੀਂ ਹੁੰਦਾ। ਉਹਨਾਂ ਦਾ ਸਾਰਾ ਪ੍ਰਵਚਨ ਖੜਾ ਹੀ ਇਸ ਗੱਲ ਤੇ ਹੈ ਕਿ ਉਹ ਹੋਣਾ ਇਸ ਲਈ ਹੈ ਕਿਉਂਕਿ ਫ੍ਰੀ ਵਿਲ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਸਾਰਾ ਕੁਝ ਐਲਗੋਰਿਦਮ ਹੈ, ਜੋ ਵੀ ਤੁਹਾਡੇ ਦਿਮਾਗ 'ਚ ਚੱਲ ਰਿਹਾ ਉਹ ਕਿਸੇ ਹੋਰ ਦਾ ਬਣਾਇਆ ਹੋਇਆ ਐਲਗੋਰਿਦਮ ਹੈ, ਤੁਹਾਡੀ ਕੋਈ ਫ੍ਰੀ ਵਿਲ ਹੈ ਹੀ ਨਹੀਂ। ਉਹ ਕਹਿੰਦੇ ਇਹਨਾਂ ਗੱਲਾਂ ਦੇ ਉੱਤੇ ਵੈਸੇ ਤੇ ਬੰਦਾ ਹੱਸ ਸਕਦਾ ਹੁੰਦਾ ਹੈ, ਪਰ ਮੈਨੂੰ ਇਹ ਲੱਗਦਾ ਬਈ ਜੇ ਕਰੋਨਾ ਹੋਰ ਕੁਛ ਨਹੀਂ ਹੁੰਦਾ ਦੀਪ ਜੀ, ਆਹ ਹੀ ਹੁੰਦਾ ਕਰੋਨਾ। ਇਹ ਨਾ ਤੁਹਾਨੂੰ ਮਤਲਬ ਜਦੋਂ ਇਸ ਤਰ੍ਹਾਂ ਦੇ ਨਾਲ ਹੱਥਲ ਕਰਕੇ ਬਿਠਾ ਦਿੰਦਾ ਹੈ ਕਿ ਕੀਤਿਆਂ ਕੁਛ ਨਹੀਂ ਹੁੰਦਾ, ਹੋਇਆ ਹਵਾਇਆ ਹੀ ਹੁੰਦਾ ਭਾਈ, ਅਸੀਂ ਤੇ ਸਿਰਫ ਉਹਨੂੰ ਲੈ ਕੇ ਮੰਨਣਾ ਹੀ ਹੁੰਦਾ ਹੈ। ਤਾਂ ਮੈਂ ਇਹ ਸਮਝਦਾ ਬਈ ਇਸ ਗੱਲ ਨੂੰ ਤੇ ਚਿੰਤਨ ਦੇ ਵਿੱਚ ਹੀ ਇੰਨੀ ਵਾਰ ਹਰਾਇਆ ਜਾ ਚੁੱਕਿਆ। ਹੀਗਲ ਨੇ ਇਹੋ ਹੀ ਕਹਿ ਦਿੱਤਾ ਸੀ ਕਿ ਮਨੁੱਖ ਦੀ ਸਭ ਤੋਂ ਉੱਚੀ ਜਿਹੜੀ ਫਾਰਮ ਹੈ ਸੋਸਾਇਟੀ ਦੀ, ਉਹ ਜੀ ਆ ਪ੍ਰਸ਼ੀਅਨ ਸਟੇਟ ਦੇ ਵਿੱਚ ਰੀਅਲਾਈਜ਼ ਕੀਤੀ ਜਾ ਚੁੱਕੀ ਹੈ। ਖਤਮ। ਇਸ ਤੋਂ ਪਹਿਲਾਂ ਜੇ ਆਪਾਂ ਧਿਆਨ ਕਰੀਏ ਕਿ ਜਿਸਨੂੰ ਆਪਾਂ ਫੁਕੂਯਾਮਾ ਕਹਿੰਦੇ ਹਾਂ, ਫਰਾਂਸਿਸ ਫੁਕੂਯਾਮਾ, ਐਂਡ ਆਫ ਹਿਸਟਰੀ ਕਰਕੇ ਉਹਨੇ ਲਿਖਤਾ ਸੀ ਹਰਾਰੀ ਤੋਂ ਪਹਿਲਾਂ। ਉਹ ਇਹ ਕਹਿ ਰਿਹਾ ਸੀ ਕਿ ਭਾਈ ਇਹ ਹੁਣ ਪਿੰਡਾਂ ਦਾ ਤੇ ਕੋਈ ਵਜੂਦ ਰਹਿ ਨਹੀਂ ਗਿਆ, ਸਾਰਾ ਕੁਝ ਹੋ ਚੁੱਕਿਆ ਹੈ, ਸ਼ਹਿਰਾਂ ਤੱਕ ਆ ਕੇ ਇੱਕ ਅਰਬਨ ਰੈਵੋਲੂਸ਼ਨ ਹੋ ਚੁੱਕਿਆ ਹੈ। ਹੁਣ ਇਸ ਤੋਂ ਬਾਅਦ ਕਿਸੇ ਨਵੀਂ ਚੇਂਜ ਦੀ ਕੋਈ ਸੰਭਾਵਨਾ ਨਹੀਂ ਹੈ। ਤੇ ਅਸੀਂ ਇਹ ਦੇਖਦੇ ਹਾਂ ਕਿ ਉਸ ਤੋਂ ਬਾਅਦ ਲਾਤੀਨੀ ਅਮਰੀਕਾ ਦੇ ਵਿੱਚ ਬਦਲਾਅ ਆਏ ਜੀ, ਅੰਦੋਲਨ ਉੱਠੇ ਯੂਰਪ ਦੇ ਵਿੱਚ, ਆਕਿਊਪਾਈ ਮੂਵਮੈਂਟ ਉੱਠੀ ਐਡੇ ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ। ਉਸ ਤੋਂ ਪਹਿਲਾਂ ਅਸੀਂ ਇਹ ਦੇਖਿਆ ਕਿ ਅਫਰੀਕਾ ਦੇ ਵਿੱਚ ਕਿਸ ਹੱਦ ਤੱਕ ਇਹ ਗੱਲ ਗਈ, ਅਰਬ ਦੇਸ਼ਾਂ ਦੇ ਵਿੱਚ ਕਿਸ ਹੱਦ ਤੱਕ ਗਈ। ਤੁਸੀਂ ਹੁਣ ਇਹ ਆਪਾਂ ਆਖਾਂਗੇ ਕਿ ਸਫਲ ਤੇ ਹੋਇਆ ਨਹੀਂ, ਗੱਲ ਤੇ ਉਹੀ ਹੋ ਗਈ। ਠੀਕ ਹੈ, ਕੋਈ ਗੱਲ ਨਹੀਂ ਕਿ ਸਫਲ ਨਹੀਂ ਹੋਇਆ, ਕੁਝ ਦੇਸ਼ਾਂ ਦੇ ਵਿੱਚ ਸਫਲ ਵੀ ਹੋਇਆ, ਕਈ ਥਾਵਾਂ ਦੇ ਉੱਤੇ ਉਹ ਤਿਲਕਿਆ ਵੀ। ਪਰ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਕੋਈ ਬਦਲਾਅ ਲੋਕਾਂ ਨੇ ਇਕੱਠਿਆਂ ਹੋ ਕੇ ਨਹੀਂ ਲਿਆਂਦੇ। ਜਿੱਥੇ ਲੋਕਾਂ ਨੇ ਲਿਆਂਦੇ ਹੈ ਉੱਥੇ ਉਹ ਅਸਰ ਪਾਉਣਗੇ, ਲੜਨਗੇ, ਸ਼ਹਾਦਤਾਂ ਹੋਣਗੀਆਂ, ਸੰਘਰਸ਼ ਬੀਤੇ ਜਾਣਗੇ, ਉੱਠਣਗੇ। ਇਹੋ ਹੀ ਗੱਲ ਹੁਣ ਮੈਨੂੰ ਤੇ ਇਹ ਵੀ ਦਿਖ ਰਹੀ ਹੈ ਕਿ ਇਹੋ ਹੀ CAA NRC ਦੇ ਖਿਲਾਫ ਕਰੋਨਾ ਤੋਂ ਪਹਿਲਾਂ ਇੱਕ ਮੂਵਮੈਂਟ ਹੌਲੀ ਹੌਲੀ ਵੱਧ ਰਹੀ ਸੀ, ਬੜੇ ਛੋਟੇ ਪੱਧਰ ਤੇ ਵੱਧ ਰਹੀ ਸੀ, ਪਰ ਉਹਦਾ ਇੱਕ ਅਸਰ ਪੈ ਰਿਹਾ ਸੀ ਸਰਕਾਰ ਦੇ ਉੱਤੇ, ਉਹਦੇ ਉੱਤੇ ਜ਼ਬਰਦਸਤ ਪ੍ਰੈਸ਼ਰ ਪੈ ਰਿਹਾ ਸੀ। ਇਸ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਰਿਪਰੈਸ਼ਨ ਕਰਕੇ ਦਿਖਾਇਆ। ਔਰ ਆਪਾਂ ਇਹ ਨਾ ਭੁੱਲੀਏ ਕਿ ਉਦੋਂ ਮੁਸਲਮਾਨ ਅਦਾਰਿਆਂ ਦੇ ਉੱਤੇ ਖਿੱਚ ਕੇ ਲਾਠੀਚਾਰਜ ਕੀਤਾ ਗਿਆ। ਉਹੋ ਹੀ ਬਾਅਦ ਦੇ ਵਿੱਚ ਟ੍ਰੀਟਮੈਂਟ ਇਹਨਾਂ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੀ ਗਈ ਜਿਹੜੇ ਸੜਕਾਂ ਦੇ ਉੱਤੇ ਨਿਕਲ ਕੇ ਆਏ ਸੀ। ਤਾਂ ਸਰਕਾਰ ਦਾ ਜਿੰਨਾ ਇਸ ਦਾ ਐਕਸਪੋਜ਼ਰ ਵੀ ਹੋ ਰਿਹਾ ਹੈ, ਅਮਰੀਕਾ ਦਾ ਹੁਣ ਇਹ ਕਹਿੰਦੇ ਨੇ ਕਿ ਜੀ ਸੁਪਰ ਹਿਊਮਨ ਦੇ ਵਿੱਚ ਅਸੀਂ ਤੇ ਅਮਰੀਕਾ ਨੂੰ ਗਿਣਦੇ ਹੀ ਹਾਂ ਜੀ, ਕੈਨੇਡਾ ਨੂੰ ਗਿਣਦੇ ਹਾਂ, ਜਿੱਥੇ ਜਿੱਥੇ ਪੰਜਾਬੀ ਨਹੀਂ ਪਹੁੰਚ ਸਕਦੇ ਜਾਂ ਜਿੱਥੇ ਵੱਲ ਅਸੀਂ ਐ ਮੂੰਹ ਚੱਕ ਕੇ ਵੇਖਦੇ ਹਾਂ, ਅਸੀਂ ਸੁਪਰ ਹਿਊਮਨ ਵੱਲ ਹੀ ਦੇਖਦੇ ਹਾਂ ਨਾ। ਇੱਥੇ ਤੇ ਕੋਈ ਵੱਖਰੀ ਕਿਸਮ ਦੇ ਲੋਕ ਵਸਦੇ ਨੇ। ਪਰ ਦੇਖਿਆ ਕੀ ਹੈ ਕਿ ਇਹਦੇ ਵਿੱਚੋਂ ਹੀ ਸਭ ਤੋਂ ਜ਼ਿਆਦਾ ਨਾਸ ਨਿਊਯਾਰਕ ਸੈਂਟਰ ਬਣਿਆ ਹੋਇਆ, ਐਪੀਸੈਂਟਰ ਆ ਉੱਥੇ ਮੌਤਾਂ ਦਾ ਜੀ। ਇਸ ਲਿਹਾਜ਼ ਦੇ ਨਾਲ ਸੰਘਰਸ਼ਾਂ ਨੇ ਇੱਕ ਆਪਣੀ ਤਬਾਹ ਹਾਸਲ ਕਰਨੀ ਹੈ। ਔਰ ਜਿੱਥੇ ਲੋਕ ਇਹਨਾਂ ਗੱਲਾਂ ਨੂੰ ਲੈ ਕੇ ਜ਼ਿਆਦਾ ਚੇਤੰਨ ਨੇ ਉੱਥੇ ਉਹ ਅੱਗੇ ਵਧਣਗੇ। ਔਰ ਜਿਨ੍ਹਾਂ ਨੇ ਹਰਾਰੀ ਨੂੰ ਪੜ੍ਹ ਕੇ, ਮੈਨੂੰ ਹਰਾਰੀ ਦੇ ਨਾਲ ਨਹੀਂ ਕੋਈ ਬਹੁਤੀ ਪ੍ਰੋਬਲਮ, ਬੰਦੇ ਦਾ ਇੱਕ ਆਪਣਾ ਵਿਜ਼ਨ ਆ, ਉਹਨੇ ਆਪਣੀ ਗੱਲ ਰੱਖੀ ਹੈ। ਮੈਨੂੰ ਇਹ ਹੈ ਵੀ ਸਾਡੇ ਵਾਲੇ ਬੰਦੇ ਕਿਸ ਤਰ੍ਹਾਂ ਦੇ ਨਾਲ ਇਹ ਕਿਸੇ ਦੇ ਵੀ ਪਿੱਛੇ ਲੱਗ ਜਾ ਸਕਦੇ ਨੇ ਔਰ ਉਹਦੀਆਂ ਗੱਲਾਂ ਦੇ ਵਿੱਚ ਇਹ ਆਪਣੇ ਆਪ ਨੂੰ ਕਿੱਥੇ ਰੱਖਦੇ ਨੇ, ਇਹ ਮੇਰੇ ਲਈ ਬੜੀ ਹੈਰਾਨੀ ਦਾ ਸਬਬ ਹੈ ਕਿ ਪੰਜਾਬ ਦਾ ਅਸਲ ਕਰੋਨਾ
ਅਜੇ ਮਤਲਬ ਬੁੱਧੀਜੀਵੀਆਂ ਦੀ ਆਪਣੀ ਇਸ ਕਿਸਮ ਦੀ ਨਿਸਲਤਾ ਦੇ ਵਿੱਚ ਹੈ, ਇੱਕ ਬੌਧਿਕ ਆਲਸ ਦੇ ਵਿੱਚ ਹੈ, ਜਿੱਥੇ ਕਿ ਇਹ ਹਰੇਕ ਚੀਜ਼ ਦੇ ਵਿੱਚ ਇੱਕ ਜਾਂ ਕਿਸੇ ਵੱਡੀ ਸਾਜ਼ਿਸ਼ ਨੂੰ ਵੇਖ ਰਹੇ ਹੁੰਦੇ ਨੇ। ਸਾਡੇ ਬੰਦਿਆਂ ਨੇ ਪਹਿਲਾਂ ਕੋਰੋਨਾ ਨੂੰ ਕੋਈ ਇਸ਼ੂ ਹੀ ਨਹੀਂ ਮੰਨਿਆ। ਟੀਵੀ 'ਚ ਜਾ ਕੇ ਬੈਠੇ ਨੇ, ਡਾਕਟਰਸ ਨੇ, ਉਹਨਾਂ 'ਚ ਐਕਟਿਵਿਸਟ ਨੇ, ਲੀਡਰ ਨੇ, ਬੁੱਧੀਜੀਵੀ ਬੰਦਿਆਂ ਨੇ। ਉਦੋਂ ਮੈਂ ਜੀ ਚਾਈਨਾ ਦੀ ਆਹ ਰਿਪੋਰਟ ਪੜ੍ਹ ਲਈ, ਅਮਰੀਕਾ ਨੇ ਆਹ ਦੱਸਿਆ, ਉੱਥੇ ਵੀਡੀਓ ਆ ਗਈ ਇੱਕ। ਇਹ ਇਸ ਕਿਸਮ ਦੀਆਂ ਗੱਲਾਂ ਦੇ ਉੱਤੇ ਆਪਣਾ ਇਹ ਮੰਨ ਹੀ ਨਹੀਂ ਰਹੇ ਕਿ ਕੋਈ ਕਰੋਨਾ ਕੋਈ ਗੱਲ ਹੈਗੀ ਹੈ। ਅਤੇ ਜਦੋਂ ਮੰਨਣ ਤੇ ਆਏ ਤਾਂ ਫਿਰ ਹਰਾਰੀ ਦੇ ਉੱਤੇ ਆ ਕੇ ਡਿੱਗ ਪੈਂਦੇ ਆ। ਤੇ ਇਹਨੂੰ ਜੇ ਇਹਨਾਂ ਸ਼ਬਦਾਂ 'ਚ ਮੈਂ ਕਹਾਂ ਵੀ ਜਿਹੜਾ ਪੰਜਾਬੀ ਦਾ ਜੋ ਪੰਜਾਬ ਦੇ ਸਮਾਜ ਦਾ ਜਿਹੜਾ ਨਿਗਾਰ ਹੈਗਾ, ਜਿਹੜੀ ਇੱਕ ਭੂਮਿਕਾ ਅਸੀਂ ਸਾਰੀ ਸਿਆਸਤ ਤੇ ਸੁੱਟ ਦਿੰਦੇ ਹਾਂ, ਅਸਲ 'ਚ ਸਿਆਸਤ ਤੇ ਦਾ ਥਿੰਕ ਟੈਂਕ ਤੇ ਬੌਧਿਕਤਾ ਹੀ ਹੁੰਦੀ ਹੈ। ਮਤਲਬ ਵੱਡਾ ਧੋਖਾ ਸਿਆਸਤ ਨਾਲੋਂ ਵੀ ਵੱਡਾ ਧੋਖਾ ਕਿਤੇ ਬੌਧਿਕਤਾ ਨੇ ਤਾਂ ਨਹੀਂ ਕੀਤਾ ਪੰਜਾਬੀ ਸਮਾਜ ਨਾਲ। ਬਿਲਕੁਲ ਵੱਡੇ ਲੰਬੇ ਸਮੇਂ ਤੋਂ ਪੰਜਾਬੀ ਬੁੱਧੀਜੀਵੀਆਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਇਰਰੈਲੇਵੈਂਟ ਕਰ ਲਿਆ। ਇਹਨਾਂ ਦੇ ਆਖਣ ਜਾਂ ਨਾ ਆਖਣ ਦੇ ਨਾਲ ਕਿਸੇ ਚੀਜ਼ ਦੇ ਉੱਤੇ ਕੋਈ ਫਰਕ ਨਹੀਂ ਪੈ ਰਿਹਾ। ਇਹਨਾਂ ਨੂੰ ਆਪਣੇ ਆਖੇ ਉੱਤੇ ਵੀ ਕੋਈ ਯਕੀਨ ਨਹੀਂ। ਇਹ ਬੰਦਾ ਇਹ ਜਿਹੜੀ ਥਾਂ ਦੇ ਉੱਤੇ ਬੈਠੇ ਹੁੰਦੇ ਨੇ, ਇਹ ਵਿਚਾਰੇ ਉਹੀ ਜਿਹੀ ਗੱਲ ਕਰਨੀ ਸ਼ੁਰੂ ਕਰ ਲੈਂਦੇ ਨੇ। ਜੇ ਕੋਈ ਕਹੇ ਕਿ ਉਸ ਕਿਤਾਬ ਵਿੱਚ ਆ ਗਿਆ, ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਸ ਕਿਤਾਬ ਦਾ ਜਵਾਬ ਕਿਵੇਂ ਦੇਣਾ। ਸੋ ਹਰੇਕ ਬੰਦੇ ਦੇ ਕੋਲ ਇੱਕ ਇੱਕ ਆਪਣੀ ਕਿਤਾਬ ਹੈ। ਕਿਸੇ ਦੇ ਕੋਲ ਹਰਾਰੀ ਹੈ, ਕਿਸੇ ਦੇ ਕੋਲ ਕੋਈ ਹੈ, ਕਿਸੇ ਦੇ ਕੋਲ ਕੋਈ ਹੈ ਜੀ। ਉਹ ਆਪੋ ਆਪਣੀਆਂ ਕਿਤਾਬਾਂ ਦੇ ਸਹਾਰੇ ਲੱਗੇ ਹੋਏ ਨੇ, ਟੱਕਰੇ ਹੋਏ ਨੇ। ਸੱਚਾਈ ਇਹ ਹੈ ਜੀ ਜੀ, ਇਹ ਗੱਲ ਤੇ ਕਲੀਅਰ ਹੋ ਗਈ ਵੀ ਇਹਨਾਂ ਨੇ ਕਿਤੇ ਕਿਨਾਰੇ ਨਹੀਂ ਲਾਉਣਾ। ਆਪਾਂ ਜ਼ਮੀਨ ਤੇ ਆਈਏ ਵੀ ਤੁਸੀਂ ਗੱਲ ਕੀਤੀ ਨਿਊਯਾਰਕ ਦਾ ਐਪੀ ਸੈਂਟਰ ਬਣਿਆ ਹੋਇਆ ਮੌਤਾਂ ਦਾ। ਕੈਨੇਡਾ ਦੀ ਜਿਹੜੀ ਸੁਪਰ ਪਾਵਰ ਹੈ ਉਹ ਵੀ ਕਿਤੇ ਨਾ ਕਿਤੇ ਇਸ ਟਾਈਮ ਬੇਬਲ ਨਜ਼ਰ ਆ ਰਹੀ ਹੈ। ਚਾਹੇ ਉਹ ਇਹ ਹੈਗਾ ਕਿ ਜਿਹੜੀ ਸੋਸ਼ਲ ਸਿਕਿਉਰਿਟੀ ਹੈ ਜਾਂ ਲੋਕਾਂ ਦੀ ਮਦਦ ਕਰਨ ਦੇ ਵਿੱਚ ਕੈਨੇਡਾ ਬਹੁਤ ਅੱਗੇ ਚੱਲ ਰਿਹਾ ਇਸ ਟਾਈਮ ਵੀ। ਪਰ ਜਿਹੜਾ ਇੱਕ ਹੈਰਾਨ ਕਰਨ ਵਾਲਾ ਅੰਕੜਾ, ਵੈਸੇ ਹੁਣ ਅੱਜ ਇੰਡੀਆ ਦੀ ਬੇਰੁਜ਼ਗਾਰੀ ਦਾ ਅੰਕੜਾ ਵੀ ਆ ਗਿਆ, 23% ਦੇ ਨੇੜੇ ਤੇੜੇ ਬੇਰੁਜ਼ਗਾਰੀ ਦਾ ਅੰਕੜਾ ਦੱਸਿਆ ਜਾ ਰਿਹਾ। ਉਸ ਰਿਪੋਰਟ ਦੀ ਡਿਟੇਲ ਮੈਂ ਕਿਸੇ ਵੱਖਰੇ ਸਮੇਂ ਤੇ ਸ਼ੇਅਰ ਕਰਾਂਗਾ। ਜਿਹੜੀ ਕੈਨੇਡਾ ਦੀ ਸਰਕਾਰ ਦੀ ਰਿਪੋਰਟ ਹੈਗੀ ਆ, ਪਿਛਲੇ ਹਫ਼ਤੇ ਆਈ ਆ, ਜਿਹੜੀ 7 ਲੱਖ ਲੋਕਾਂ ਨੇ, 7 ਮਿਲੀਅਨ ਲੋਕਾਂ ਨੇ, ਮੇਰੇ ਖਿਆਲ 'ਚ ਮੈਂ ਗਲਤ ਨਾ ਹੋਵਾਂ, 7 ਸ਼ਬਦ ਬਿਲਕੁਲ ਕਲੀਅਰ ਹੈ। ਤੇ ਉਹ ਉਸ ਪ੍ਰੋਗਰਾਮ ਦੇ ਲਈ, ਉਸ ਸਕੀਮ ਦੇ ਲਈ ਆਨਲਾਈਨ ਅਪਲਾਈ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਬੇਰੁਜ਼ਗਾਰ ਹੋ ਗਏ ਹਾਂ। ਤੇ ਜਿਹੜੀ ਕੈਨੇਡਾ ਸਰਕਾਰ ਨੇ ਸਕੀਮ ਦਿੱਤੀ ਆ ਵੀ ਜਿਨ੍ਹਾਂ ਦਾ ਰੁਜ਼ਗਾਰ ਕਰੋਨਾ ਕਰਕੇ ਚੱਲ ਰਿਹਾ, ਉਹਨਾਂ ਨੂੰ $2000 ਮਿਲਣੇ ਨੇ। ਉਹ ਸਕੀਮ ਦੇ ਲਈ 7 ਲੱਖ ਬੰਦਿਆਂ ਨੇ ਅਪਲਾਈ ਕੀਤਾ। ਯਾਨੀ ਕਿ ਕੈਨੇਡਾ ਦਾ ਜਿਹੜਾ ਇੰਪਲੋਇਮੈਂਟ ਡਿਪਾਰਟਮੈਂਟ ਉਹ ਕਹਿ ਰਿਹਾ ਵੀ ਇਸ ਟਾਈਮ 7 ਲੱਖ ਬੰਦਾ ਬੇਰੁਜ਼ਗਾਰ ਹੋ ਗਿਆ, ਜਿਹੜਾ ਪਹਿਲਾਂ ਕੰਮ ਕਰ ਰਿਹਾ ਸੀ। ਤੇ ਬਹੁਤ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਉਹਦੇ 'ਚ ਸ਼ਾਮਲ ਹੋਣਗੇ, ਖਾਸ ਕਰਕੇ ਉਹ ਸਟੂਡੈਂਟਸ ਸ਼ਾਮਲ ਹੋਣਗੇ ਜਿਹੜੇ 15 ਤੋਂ 25 ਲੱਖ ਕਰਜ਼ਾ ਲੈ ਕੇ ਇਸ ਟਾਈਮ ਉੱਥੇ ਗਏ ਹੋਏ ਸੀ ਤੇ ਨਾਲ ਰੁਜ਼ਗਾਰ ਕਰ ਰਹੇ ਸੀ, ਨਾਲ ਪੜ੍ਹਾਈ ਕਰ ਰਹੇ ਸੀ। ਜੀ ਜੀ। ਤੇ ਬਹੁਤ ਸਾਰੇ ਜਿਹੜੇ ਆਰਥਿਕਤਾ ਦੇ ਮਾਹਰ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਰੁਜ਼ਗਾਰ ਜਿਹੜੇ ਹੈਗੇ ਆ, ਕਿਉਂਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਲਾਗੂ ਰਹਿਣੀ ਅਗਲੇ ਲੰਮੇ ਸਮੇਂ ਤੱਕ, ਤੇ ਜੇ 7 ਲੱਖ ਨਹੀਂ ਤਾਂ ਕਿਉਂਕਿ ਕਿਹਾ ਇਹ ਜਾ ਰਿਹਾ ਜਿੱਥੇ ਕਾਰੋਬਾਰ ਖੁੱਲ ਵੀ ਰਹੇ ਨੇ 50% ਵਰਕਫੋਰਸ ਦੇ ਨਾਲ ਖੁੱਲ ਰਹੇ ਨੇ। ਯਾਨੀ ਕਿ ਅੱਧਾ ਕਾਰੋਬਾਰ ਤੇ ਸਿੱਧਾ, ਅੱਧਾ ਰੁਜ਼ਗਾਰ ਤੇ ਸਿੱਧਾ ਜਾਏਗਾ ਖੁੱਲਣ ਤੋਂ ਬਾਅਦ ਵੀ ਜਾਏਗਾ ਜੀ। ਉਹਦੇ ਵਿੱਚ ਅਗਲਾ ਵੀ ਮਸਲਾ ਇਹ ਹੈ ਕਿ ਉਹ ਜੇ 50% ਦੇ ਉੱਤੇ ਆਪਣੀ ਕੈਪੈਸਿਟੀ ਤੇ ਚਲਾਉਂਦੇ ਆ ਤਾਂ ਕੀ ਉਹ ਪਲਾਂਟ ਚੱਲਣਾ ਆਰਥਿਕ ਤੌਰ ਦੇ ਉੱਤੇ ਵਾਇਬਲ ਵੀ ਹੈ ਕਿ ਨਹੀਂ ਹੈ ਜੀ। ਉਹਦੇ ਨਾਲ ਪੰਜਾਬ ਦੇ ਵਿੱਚ ਵੀ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇੰਨੀ ਵਰਕਫੋਰਸ ਦੇ ਨਾਲ ਤਾਂ ਪਲਾਂਟ ਚਲਾਉਣ ਦਾ ਮਤਲਬ ਹੀ ਕੋਈ ਨਹੀਂ ਬਣਦਾ। ਉਹਦੇ ਨਾਲ ਬੰਦ ਹੋ ਜਾਣਗੇ, ਫਿਰ ਹੋਰ ਰੁਜ਼ਗਾਰ ਘਟਣਗੇ। ਤੇ ਇੱਕ ਇਹ ਵੀ ਗੱਲ ਇਹਦੇ ਨਾਲ ਮੈਂ ਜੋੜਨੀ ਚਾਹੁੰਦਾ, ਕੀ ਤੁਹਾਨੂੰ ਲੱਗਦਾ ਹੈ ਕਿ ਭਵਿੱਖ ਜਿਹੜਾ ਹੈਗਾ, ਫਿਰ ਉਹ ਜਿਹੜੇ 25 ਲੱਖ ਲਾ ਕੇ ਤਾਂ ਸੁਨਹਿਰੀ ਭਵਿੱਖ ਲਈ ਗਏ ਸੀ, ਕੀ ਉਹਨਾਂ ਦਾ ਉੱਥੇ ਸਰਵਾਈਵ ਕਰਨ ਦੀ ਸੰਭਾਵਨਾਵਾਂ ਬਚੀਆਂ ਰਹਿਣਗੀਆਂ? ਦੇਖੋ, ਇੱਕ ਤੇ ਇਹ ਬਣ ਰਿਹਾ ਕਿ ਇੱਕ ਹੁੰਦੀ ਹੈ ਰੀਅਲ ਇਕੋਨਮੀ, ਇੱਕ ਹੁੰਦੀ ਹੈ ਵਰਚੁਅਲ ਇਕੋਨਮੀ। ਰੀਅਲ ਇਕੋਨਮੀ ਦੇ ਵਿੱਚ ਖੇਤੀਬਾੜੀ ਹੁੰਦੀ ਹੈ, ਮੈਨੂਫੈਕਚਰਿੰਗ ਹੁੰਦੀ ਹੈ, ਜਿਹਨੂੰ ਆਪਾਂ ਇੰਡਸਟਰੀ ਜਾਂ ਉਦਯੋਗ ਕਹਿ ਲੈਂਦੇ ਹਾਂ, ਤੇ ਉਹਦੇ ਵਿੱਚ ਪ੍ਰੋਸੈਸਿੰਗ ਵਗੈਰਾ ਇਸ ਕਿਸਮ ਦਾ ਕੰਮ ਹੁੰਦਾ, ਆਰਟੀਜ਼ਨਲ ਕੰਮ ਹੁੰਦਾ, ਜਿੱਥੇ ਕਿ ਪ੍ਰੋਡਕਸ਼ਨ ਹੁੰਦੀ ਹੈ। ਪ੍ਰੋਡਕਸ਼ਨ ਦੇ ਵਿੱਚ ਕਲੈਕਟਿਵਲੀ ਲੋਕ ਇਨਵੋਲਵ ਹੁੰਦੇ ਨੇ। ਉੱਥੋਂ ਹੀ ਤੁਹਾਡੀ ਜਿਹੜੀ ਰੀਅਲ ਇਕੋਨਮੀ ਉੱਥੋਂ ਚੱਲਦੀ। ਜਿਹੜਾ ਹੁੰਦਾ ਕੰਮ ਬੈਂਕਿੰਗ ਦੇ, ਸ਼ੇਅਰਸ ਦਾ, ਇੰਸ਼ੋਰੈਂਸ ਦਾ, ਫਾਈਨੈਂਸ ਕੰਪਨੀਆਂ ਦਾ, ਸ਼ੇਅਰ ਮਾਰਕੀਟਸ ਦਾ, ਫਿਊਚਰਸ ਦਾ, ਸਟਾਕਸ ਦਾ ਵਗੈਰਾ ਦਾ, ਇਸ ਦਾ ਕੋਈ ਸਿੱਧਾ ਪ੍ਰੋਡਕਸ਼ਨ ਦੇ ਨਾਲ ਕੋਈ ਸੰਬੰਧ ਨਹੀਂ। ਇਹ
ਉਹ ਪ੍ਰੋਡਕਸ਼ਨ ਚੱਲਦੀ ਰਹੇ ਤਾਂ ਇਹਨਾਂ ਦੇ ਵਿੱਚ ਇੱਥੇ ਮੁਨਾਫੇ ਮਲਟੀਪਲਾਈ ਹੁੰਦੇ ਰਹਿੰਦੇ ਨੇ ਐਕਸਪੋਨੈਂਸ਼ੀਅਲ ਲੈਵਲ ਦੇ ਉੱਤੇ। ਪਰ ਜੇ ਤੁਹਾਡੇ ਹੇਠਲੇ ਪੱਧਰ ਦੀ ਇਕੋਨਮੀ ਗੜਬੜ 'ਚ ਆ ਜਾਏ, ਕਿਉਂਕਿ ਵੱਡੀ ਪੱਧਰ ਦਾ ਹੁਣ ਇੱਕ ਆંકੜਾ ਸੀ ਅੱਜ ਤੋਂ 10 ਸਾਲ ਪਹਿਲਾਂ ਦਾ ਮੇਰਾ ਖਿਆਲ ਹੈ ਕਿ ਜੇ 1 ਰੁਪਈਆ ਪ੍ਰੋਡਕਸ਼ਨ ਸੈਕਟਰ ਦੇ ਵਿੱਚ ਹੈਗਾ ਤਾਂ ਉਹਦਾ 67 ਗੁਣਾ ਵਰਚੁਅਲ ਸੈਕਟਰ ਦੇ ਵਿੱਚ ਹੁੰਦਾ। ਇੰਨਾ ਉਹਦਾ ਗਲਬਾ ਹੈਗਾ ਜਿਹਨੂੰ ਆਪਾਂ ਫਾਈਨੈਂਸ ਕੈਪੀਟਲ ਕਹਿ ਲੈਂਦੇ ਹਾਂ। ਤੇ ਉਸ ਲਿਹਾਜ਼ ਦੇ ਨਾਲ ਜਿਹੜਾ ਇਹ ਉੱਪਰਲਾ ਕੰਮ ਹੈ ਬੈਂਕਾਂ ਦਾ, ਜਿਹੜਾ ਕਿ ਚੱਲ ਰਿਹਾ ਸੀ ਅੱਗੇ ਦੀ ਅੱਗੇ ਪ੍ਰੋਡਕਸ਼ਨ ਤੇ ਹੋਰ ਸਾਰਾ ਕੁਛ ਚੱਲ ਰਿਹਾ ਸੀ, ਹੁਣ ਉਹਦੇ ਵਿੱਚ ਦੋ ਵੱਡੀਆਂ ਗੱਲਾਂ ਨੇ ਆ ਕੇ ਘਟਾ ਪਾਤਾ। ਪਹਿਲਾਂ ਤੇ ਇਸ ਤੋਂ ਪਹਿਲਾਂ ਵੀ ਪੈ ਚੁੱਕਿਆ ਸੀ ਕਿ ਜਿਹੜੀਆਂ ਪੈਟਰੋਲ ਦੀਆਂ ਪ੍ਰਾਈਸਿਸ ਇੱਕਦਮ ਡਿੱਗ ਪਈਆਂ ਸੀ, ਇੰਨੀਆਂ ਡਿੱਗ ਪਈਆਂ ਕਿ ਉਹਦੇ ਨਾਲੋਂ ਅਮਰੀਕਾ ਦੀ ਜਿਹੜੀ ਸ਼ੇਲ ਗੈਸ ਤੇ ਜਾਂ ਸ਼ੇਲ ਆਇਲ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਅਨਵਾਇਬਲ ਹੋ ਗਈ। ਅਮਰੀਕਾ ਜਿਹਦੇ ਉੱਤੇ ਖੜਾ ਸੀ, ਸਾਊਦੀ ਅਰਬ ਤੇ ਰੂਸ ਨੇ ਸਮਝੌਤਾ ਕਰਕੇ ਉਸਨੂੰ ਹੋਰ ਨੀਵੇਂ ਤੇ ਹੋ ਲੈ ਗਏ। ਉਹਨਾਂ ਨੂੰ ਇਹਦੀ ਵਧਾਉਣ ਦੀ ਕੋਈ ਇੱਛਾ ਨਹੀਂ ਹੈ, ਕਿਉਂਕਿ ਉਹਨਾਂ ਨੇ ਇਹ ਲਾ ਲਿਆ ਹਿਸਾਬ ਕਿ ਅਮਰੀਕਾ ਦੇ ਨਾਲ ਜਰਾ ਅਸੀਂ ਇਸ ਤੋਂ ਆਪਣੀ ਇੰਡੀਪੈਂਡੈਂਸ ਨੂੰ ਕਿਵੇਂ ਖੜਾ ਕਰਦੇ ਹਾਂ। ਸੋ ਜਿਹੜੀ ਨਾ ਅਮਰੀਕਨ ਹੈਜਮਨੀ ਹੈ ਔਰ ਜਿਹੜਾ ਉਸ ਦੇ ਫਾਈਨੈਂਸ਼ੀਅਲ ਆਰਕੀਟੈਕਚਰ ਦੇ ਉੱਤੇ ਵੱਜੀ ਹੋਈ ਵਿਰਚੁਅਲ ਇਕੋਨਮੀ ਦਾ ਇੱਕ ਪੂਰਾ ਪਸਾਰਾ ਹੈ ਸਾਰੇ ਪਾਸੇ, ਉਹ ਕਿਉਂਕਿ ਪੈਟਰੋਲ ਦੇ ਨਾਲ ਡਾਲਰ ਵੀ ਵੱਜਿਆ ਹੋਇਆ। ਇਹ ਕਈ ਚੀਜ਼ਾਂ ਨੇ ਜਿਹੜੀਆਂ ਕਿ ਇਸ ਸਮੇਂ ਸੰਕਟ ਦੇ ਵਿੱਚ ਆ ਗਈਆਂ। ਦੂਜਾ ਸੰਕਟ ਇਹ ਆ ਗਿਆ ਕਿ ਸਪਲਾਈ ਨਾ ਰਹੀ। ਹੁਣ ਰੈਸਟੋਰੈਂਟ 'ਚ ਜਾਣਾ ਅਸੀਂ ਜਾਂ ਅਸੀਂ ਜੀ ਟੂਰਿਜ਼ਮ ਦੇ ਉੱਤੇ ਜਾਣਾ ਹੈ, ਇਹ ਤੇ ਸਰਪਲਸ ਮਨੀ ਦੇ ਨਾਲ ਹੀ ਹੋ ਸਕਦਾ ਸੀ, ਇਹਦੇ 'ਚ ਕੋਈ ਪ੍ਰੋਡਕਸ਼ਨ ਤੇ ਨਹੀਂ ਸੀ ਹੁੰਦੀ। ਜਾਂ ਜਿਹੜੀ ਇਹ ਔਰ ਇਹਦੇ ਉੱਤੇ ਸਾਡੀ ਪੂਰੀ ਸਰਵਿਸ ਸੈਕਟਰ ਦੀ ਇਕੋਨਮੀ ਖੜੀ ਸੀ, ਇੱਕ ਹੱਦ ਤੱਕ ਉਹ ਸਸਟੇਨ ਕੀਤੀ ਜਾ ਸਕਦੀ ਹੁੰਦੀ ਹੈ। ਜਿਵੇਂ ਹਸਪਤਾਲ ਜਾਂ ਸਕੂਲ ਜਾਂ ਹੋਰ ਅਜਿਹੀਆਂ ਥਾਵਾਂ ਵੀ ਸਰਵਿਸ ਸੈਕਟਰ ਦੇ ਵਿੱਚ ਆਉਂਦੀਆਂ ਨੇ, ਪਰ ਇਹ ਦੇਣੀਆਂ ਪਬਲਿਕ ਇੰਟਰਸਟ ਦੇ ਲਈ ਜ਼ਰੂਰੀ ਹੁੰਦੀਆਂ ਨੇ। ਇਹਨਾਂ ਤੋਂ ਵੀ ਧਿਆਨ ਚੱਕਿਆ ਜਾ ਰਿਹਾ ਸੀ। ਇਸ ਲਿਹਾਜ਼ ਦੇ ਨਾਲ ਜੇ ਆਪਾਂ ਗੌਰ ਕਰੀਏ, ਆਪਣੇ ਦੇਸ਼ ਵਿੱਚ ਵੀ ਹਾਲ ਦੀ ਘੜੀ ਸਿਰਫ ਐਗਰੀਕਲਚਰਲ ਸੈਕਟਰ ਹੈ ਜਿਹੜਾ ਚੱਲ ਰਿਹਾ ਹੈ। ਇਹ ਕਣਕ ਵੱਢੀ ਗਈ ਹੈ ਤੇ ਆ ਗਿਆ ਅੰਨ, ਇੰਨਾ ਕੁ ਵਾਢੀ ਹੋ ਗਈ ਹੈ। ਜੇ ਕਿਤੇ ਇਹਦੇ ਅੰਦਰ ਵੀ ਚੱਕਰ ਪੈ ਜਾਂਦਾ ਤੇ ਉੱਪਰੋਂ ਆ ਹੋਇਆ ਹੁੰਦਾ ਤਾਂ ਇੱਥੇ ਸਿਚੁਏਸ਼ਨ ਹੋਰ ਲੰਬੇ ਸਮੇਂ ਦੇ ਲਈ ਗੜਬੜ ਚ ਆ ਸਕਦੀ ਸੀ ਜੀ। ਹੁਣ ਮੈਨੂੰ ਜਿਹੜੀ ਇਹਦੀ ਜੋ ਗੱਲ ਲੱਗ ਰਹੀ ਹੈ ਕਿ ਰੀਅਲ ਇਕੋਨਮੀ ਦੇ ਉੱਪਰ ਜਿਹੜਿਆਂ ਦੇਸ਼ਾਂ ਦਾ ਫੋਕਸ ਹੈ, ਯੂਰਪ ਨੇ ਤੇ ਅਮਰੀਕਾ ਨੇ ਆਪਣੀ ਮੈਨੂਫੈਕਚਰਿੰਗ ਤੀਜੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਟ੍ਰਾਂਸਫਰ ਕੀਤੀ ਹੋਈ ਹੈ। ਚੀਨ ਉਹਦਾ ਗੜ੍ਹ ਹੈ, ਸਾਊਥ ਕੋਰੀਆ ਗੜ੍ਹ ਹੈ, ਵੀਅਤਨਾਮ 'ਚ ਜਾ ਰਹੀ ਹੈ, ਹਿੰਦੁਸਤਾਨ ਦੇ ਵਿੱਚ ਮਾੜੀ ਮੋਟੀ ਹਾਈ, ਉਹ ਜਾਂ ਬੰਗਲਾਦੇਸ਼ ਹੈ ਜਾਂ ਅਫਰੀਕਾ ਜਾਂ ਹੋਰਾਂ ਥਾਵਾਂ ਦੇ ਉੱਤੇ ਉਹ ਇਹ ਕੰਮ ਕਰਦੇ ਨੇ ਕਿ ਉੱਥੇ ਇਹ ਕੰਮ ਕਰੋ, ਸਾਡੇ ਕੋਲ ਆਵੇ, ਅਸੀਂ ਉਹਦੇ 'ਚੋਂ ਸਿੱਧਾ ਵੱਡੇ ਪੱਧਰ ਦੇ ਉੱਤੇ ਫਿਰ ਮਾਰਕੀਟਿੰਗ ਉਹਦੀ ਕਰੀਏ, ਅਸੀਂ ਚਲਾਈਏ। ਹੁਣ ਉਹਨਾਂ ਨੂੰ ਇਹ ਵੀ ਮਹਿਸੂਸ ਹੋ ਰਿਹਾ ਕਿ ਜੇ ਅਸੀਂ ਸਾਰਾ ਕੁਝ ਉੱਧਰ ਹੀ ਛੱਡ ਦਿੱਤਾ ਤੇ ਉੱਥੋਂ ਸਾਡੀਆਂ ਸਪਲਾਈ ਲਾਈਨਾਂ ਬੰਦ ਹੋ ਗਈਆਂ ਤਾਂ ਇਹ ਜਿਹੜਾ ਸਾਡਾ ਇਹ ਤੇ ਅਨਸਸਟੇਨੇਬਲ ਹੈ ਸਾਰਾ ਕੁਝ, ਉਹਨੇ ਕੜਿੱਕੀ 'ਚ ਆ ਜਾਣਾ। ਇਸ ਲਿਹਾਜ਼ ਦੇ ਨਾਲ ਉਹਨਾਂ ਦੀ ਇਕੋਨਮੀ ਦੇ ਸਾਹਮਣੇ ਸਿਰਫ ਰਿਵਾਈਵਲ ਦਾ ਹੀ ਸਵਾਲ ਨਹੀਂ ਹੈ, ਉਹਦੀ ਜਿਹੜੀ ਬੁਨਿਆਦੀ ਕਿਸਮ ਹੈ, ਜਿਹੜੀ ਉਹਦੀ ਬੁਨਿਆਦੀ ਨੇਚਰ ਹੈ, ਉਹਦੇ ਵਿੱਚ ਵੀ ਤਬਦੀਲੀ ਆਉਣ ਦੀਆਂ ਸੰਭਾਵਨਾਵਾਂ ਨੇ। ਹੁਣ ਜਿਹੜੇ ਸਾਡੇ ਆਪਣੇ ਵਿਦਿਆਰਥੀ ਇੱਥੋਂ ਜਾਂਦੇ ਨੇ, ਜੇ ਆਪਾਂ ਗੌਰ ਕਰੀਏ ਕਿ ਪੰਜਾਬ ਦੀ ਜਿਹੜੀ ਅੰਤਰਰਾਸ਼ਟਰੀ ਅਰਥ ਵਿਵਸਥਾ ਦੇ ਵਿੱਚ ਪੰਜਾਬ ਕੀ ਕਰਦਾ, ਕੀ ਕੰਟਰੀਬਿਊਟ ਕਰਦਾ, ਇਹਦੇ ਕੋਲ ਦੇਣ ਦੇ ਲਈ ਆਪਣੀ ਨੌਜਵਾਨ ਲੇਬਰ ਫੋਰਸ ਹੈ, ਹੋਰ ਕੁਛ ਨਹੀਂ ਹੈ ਇਹਦੇ ਕੋਲ। ਉਸ ਲੇਬਰ ਫੋਰਸ ਨੂੰ ਇਹ 10ਵੀਂ 12ਵੀਂ ਕਰਵਾ ਕੇ ਅੰਗਰੇਜ਼ੀ ਸਿਖਵਾ ਕੇ ਆਪਣੇ ਖਰਚੇ ਦੇ ਉੱਤੇ ਉੱਥੇ ਭੇਜਦਾ। ਉਹ ਇਹ ਪਹਿਲਾਂ ਕੀ ਹੁੰਦਾ ਸੀ ਕਿ ਸਾਡੇ ਬੰਦੇ ਉੱਥੇ ਚਲੇ ਜਾਂਦੇ ਹੁੰਦੇ ਸੀ, ਉੱਥੇ ਜਾ ਕੇ 5-7 ਸਾਲਾਂ ਦੇ ਵਿੱਚ ਇਹ ਕੰਮ ਚਲਾਊ ਅੰਗਰੇਜ਼ੀ ਸਿੱਖ ਜਾਂਦੇ ਹੁੰਦੇ ਸੀ। ਉਹ ਇਹ ਕਹਿੰਦੇ ਵੀ ਅਸੀਂ ਇਹਨਾਂ 5-7 ਸਾਲਾਂ ਦੇ ਵਿੱਚ ਇਹਨਾਂ ਨੂੰ ਅੰਗਰੇਜ਼ੀ ਸਿਖਾਉਣ ਦਾ ਖਰਚਾ ਅਸੀਂ ਕਿਉਂ ਕਰੀਏ, ਸਾਡੀ ਐਫੀਸ਼ੀਐਂਸੀ ਘਟਦੀ ਹੈ। ਇਹ ਸਿੱਖ ਕੇ ਆਉਣ, ਆਪਣਾ ਖਰਚਾ ਕਰਨ, ਇੱਥੇ ਆ ਕੇ ਪੜ੍ਹਾਈ ਕਰਕੇ ਫਿਰ ਸਾਨੂੰ ਰੈਵਨਿਊ ਦੇਣ, ਫਿਰ ਅਸੀਂ ਇੱਥੇ ਇਹਨਾਂ ਨੂੰ ਜੌਬਸ ਦੇਵਾਂਗੇ। ਜਿਹੜੀਆਂ ਜੌਬਸ ਇਹਨਾਂ ਨੂੰ ਮਿਲ ਰਹੀਆਂ ਸਨ ਉਹ ਮਤਲਬ ਕਰਕੇ ਜੋ ਵੀ ਇਹ ਜਾਣ, ਹੁਣ ਨਾ ਕੋਈ ਹੋਟਲ 'ਚ ਰਹਿਣੀ ਹੈ ਜਾਂ ਉਹ ਘਟੇਗਾ ਕਿਉਂਕਿ ਲੋਕਾਂ ਨੇ ਜਾਣਾ ਨਹੀਂ, ਕਲੈਕਟਿਵ ਹੋ ਕੇ ਉਹਨਾਂ ਨੂੰ ਜਾਣ 'ਚ ਡਰ ਲੱਗੇਗਾ। ਟਰਕਿੰਗ ਉੱਥੇ ਇੱਕ ਚੀਜ਼ ਐਸੀ ਹੈ ਜਿਹਦੇ ਉੱਤੇ ਕੈਨੇਡਾ ਜਾਂ ਅਮਰੀਕਾ ਚੱਲਦਾ ਰਹਿੰਦਾ ਹੈ। ਮੈਂ ਇਸ ਕਰਕੇ ਕਹਿ ਰਿਹਾ ਕਿ ਉੱਥੇ ਇਹਨਾਂ ਦੇ ਚਾਂਸਸ ਘਟਣਗੇ। ਇੱਕ ਨੇਚਰ ਤੁਹਾਨੂੰ ਜਿਹੜੀ ਇਕੋਲੋਜੀਕਲ ਜਿਹੜੀ ਇਕੋਨਮੀ ਹੁੰਦੀ ਹੈ ਉਹ ਤੁਹਾਨੂੰ ਇਸ ਗੱਲ ਦੇ ਬਚਾਉਂਦੀ ਹੈ ਕਿ ਤੁਸੀਂ ਬਜਾਏ ਕਿ ਇਹਨਾਂ ਗਲੋਬਲ ਚੇਂਜ ਦੇ ਵਿੱਚ ਬੰਨ ਲਓ ਸਾਰੀ ਗੱਲ ਕਿ ਜੀ ਵੀਅਤਨਾਮ ਤੋਂ ਫੜ ਕੇ ਮੱਛੀ ਤੇ ਅਮਰੀਕਾ ਦੇ ਡੈਲਾਵੇਅਰ ਦੇ ਨਜ਼ਦੀਕ ਜਾਂ ਸ਼ਿਕਾਗੋ ਦੇ ਵਿੱਚ ਫਲਾਣੇ ਰੈਸਟੋਰੈਂਟ ਦੇ ਵਿੱਚ ਕੰਜ਼ਿਊਮ ਕੀਤੀ ਗਈ, ਇਹਨੂੰ ਤੁਸੀਂ ਉੱਥੇ ਪਹੁੰਚਾਉਣਾ ਹੈ 18-20 ਘੰਟਿਆਂ ਦੇ ਵਿੱਚ ਤੇ ਉਹਦੇ ਲਈ ਜਹਾਜ਼ ਚੱਲੇਗਾ ਤੇ ਉੱਥੇ ਪਹੁੰਚੇਗਾ। ਹੁਣ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਜੀ ਸੈਲਮਨ ਉੱਥੋਂ ਆਏਗਾ
ਤੇ ਬਾਕੀ ਦੀ ਮੱਛੀ ਹੋਰ ਕਿਤੋਂ ਆਏਗੀ ਤੇ ਪਨੀਰ ਆ ਹੋਏਗਾ। ਲੋਕਲੀ ਪ੍ਰੋਡਿਊਸ ਕਰੋ, ਲੋਕਲ ਹੀ ਉਹਦੀ ਪ੍ਰੋਸੈਸਿੰਗ ਕਰੋ ਤੇ ਲੋਕਲ ਹੀ ਉਸ ਨੂੰ ਕੰਜ਼ਿਊਮ ਕਰੋ। ਇਕੋਲੋਜੀਕਲ ਥਿੰਕਿੰਗ ਨੇ ਸਾਨੂੰ ਇਧਰਲੇ ਪਾਸੇ ਦੇ ਵੱਲ ਲੈ ਕੇ ਆਉਣਾ ਕਿ ਆਪਣੇ ਇੱਥੇ ਦੀਆਂ ਚੀਜ਼ਾਂ ਦੇ ਉੱਤੇ ਫੋਕਸ ਕਰੋ। ਜੇ ਤੁਸੀਂ ਭਵਿੱਖ ਦੇ ਵਿੱਚ ਅਜਿਹੇ ਸੰਕਟਾਂ ਤੋਂ ਬਚਣਾ ਹੈ ਕਿ ਕਿਸੇ ਇੱਕ ਥਾਂ ਦੇ ਉੱਤੇ ਮਸਲਾ ਪਿਆ ਤੇ ਸਾਰੀ ਦੁਨੀਆ ਜਾਮ ਹੋ ਕੇ ਬਹਿ ਗਈ, ਕਿਉਂਕਿ ਚਾਈਨਾ ਵੀ ਇੱਕ ਬੜਾ ਵੱਡਾ ਸੈਂਟਰ ਇਕੋਨਮੀ ਦਾ ਤੇ ਪ੍ਰੋਡਕਸ਼ਨ ਦਾ ਬਣ ਚੁੱਕਿਆ ਹੈਗਾ ਇਹਨਾਂ ਸਮਿਆਂ ਦੇ ਵਿੱਚ। ਜੀ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਕਿ ਸਾਡੇ ਇਹ ਸਾਰੇ ਸਮੀਕਰਨ ਬਦਲਣਗੇ। ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਨਾ ਕਿ ਜਦੋਂ ਮਿਥ ਟੁੱਟਦੀ ਹੈ ਨਾ ਕਿ ਯਾਰ ਉੱਥੇ ਵੀ ਇੰਨੇ ਬੰਦੇ ਮਰ ਰਹੇ ਨੇ ਕਰੋਨਾ ਦੇ ਨਾਲ, ਬਲਕਿ ਉੱਥੇ ਜ਼ਿਆਦਾ ਮਰ ਰਹੇ ਨੇ, ਇੱਥੇ ਘੱਟ ਮਰ ਰਹੇ ਨੇ, ਉੱਥੇ ਸੰਭਾਲ ਜੇ ਇਕੱਲੇ ਤੜ ਗਏ ਕਿੱਥੇ ਰਹਾਂਗੇ, ਇਹ ਗੱਲਾਂ ਵੀ ਹੁਣ ਸਾਹਮਣੇ ਆਉਂਦੀਆਂ ਨੇ ਤੇ ਸੋਚਣ ਦਾ ਇੱਕ ਮੁੱਦਾ ਬਣਦਾ ਹੈ। ਔਰ ਨਾਲ ਹੀ ਇਹ ਜੇ ਇਹ ਨੌਜਵਾਨ ਇੱਥੇ ਇੰਨੀ ਗਿਣਤੀ ਦੇ ਵਿੱਚ ਰਹਿ ਗਿਆ ਹਿੰਦੁਸਤਾਨ ਪੰਜਾਬ ਦੇ ਵਿੱਚ, ਫਿਰ ਇਸ ਦੀ ਜਿਹੜੀ ਇੱਕ ਆਪਣੀ ਦੇ ਅੰਦਰ ਆਪਣੇ ਭਵਿੱਖ ਨੂੰ ਲੈ ਕੇ ਜਿਹੜੀ ਚਿੰਤਾ ਕਰੋ ਵੀ ਸੜਕਾਂ ਤੇ ਆ ਸਕਦੀ ਹੈ, ਫਿਰ ਉੱਥੋਂ ਵੀ ਚੀਜ਼ਾਂ ਤੁਰ ਸਕਦੀਆਂ ਨੇ। ਨਹੀਂ ਤੇ ਪੰਜਾਬ ਦੇ ਵਿੱਚੋਂ ਤੇ ਸਾਰਾ ਕੁਝ ਬਾਹਰ ਜਾ ਰਿਹਾ ਜੀ। ਸੋ ਇਸ ਸਾਰੇ ਮਾਹੌਲ ਦੇ ਵਿੱਚ ਤਕਨੀਕ ਜਿਹੜੀ ਸੀਗੀ ਪਹਿਲਾਂ ਉਹਦੀ ਆਪਣੀ ਰਫ਼ਤਾਰ ਜਾਂ ਤੇਜ਼ੀ ਸੀਗੀ, ਪਰ ਉਹ ਕਸਹਿਜੇ ਆ ਰਹੀ ਸੀ। ਪਰ ਹੁਣ ਉਹ ਇਸ ਤਰ੍ਹਾਂ ਹੋ ਗਿਆ ਕਿ ਆਪਾਂ ਵੀ ਦੇਖੋ ਦੂਰ ਬੈਠ ਕੇ ਗੱਲ ਕਰ ਰਹੇ ਹਾਂ। ਨਹੀਂ ਤਾਂ ਪਹਿਲਾਂ ਆਪਾਂ ਇੰਟਰਵਿਊ ਕਰਦੇ ਸੀ, ਤੁਸੀਂ ਸਟੂਡੀਓ 'ਚ ਆਉਂਦੇ ਸੀ ਜਾਂ ਅਸੀਂ ਤੁਹਾਡੇ ਕੋਲ ਆਉਂਦੇ ਸੀ, ਹਨਾ। ਸੋ ਅਸੀਂ ਵੀ ਹੁਣ ਤਕਨੀਕ ਦਾ ਸਹਾਰਾ ਲੈ ਰਹੇ ਹਾਂ। ਇਹ ਮਤਲਬ ਕਿ ਨੋਰਮ ਬਣ ਗਿਆ ਜਾਂ ਇਹ ਜ਼ਰੂਰਤ ਹੋ ਗਈ ਹੁਣ, ਤੇ ਇਹ ਸਾਡੇ ਉੱਤੇ ਆ ਗਈ ਤਕਨੀਕ। ਇਹਦੇ ਨਾਲ ਹਰ ਸੈਕਟਰ ਤੇ ਹੀ ਅਸਰ ਹੋਇਆ। ਐਜੂਕੇਸ਼ਨ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਈ ਲਰਨਿੰਗ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹੈਗਾ। ਸੋ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਲੋਕਡਾਊਨ ਤੋਂ ਬਾਅਦ ਦੀ ਦੁਨੀਆ ਹੋਏਗੀ ਉਹ ਪਹਿਲਾਂ ਵਾਲੀ ਦੁਨੀਆ ਤੋਂ ਕਿਵੇਂ ਵੱਖਰੀ ਹੋਏਗੀ? ਮੇਰੇ ਲਈ ਹਜੇ ਇਹ ਕੋਈ ਬਹੁਤਾ ਸਾਫ਼ ਨਹੀਂ ਹੈ ਸਿਨੈਰੀਓ ਕਿ ਇਹ ਕਿੰਨਾ ਕੁ ਫਰਕ ਹੋਏਗਾ ਤੇ ਕਿੰਨਾ ਕੁ ਨਹੀਂ ਹੋਏਗਾ। ਇਹ ਸਿਰਫ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਕਿ ਅਸੀਂ ਇਹਦੇ ਵਿੱਚੋਂ ਕਿਸ ਕਿਸਮ ਦੇ ਸਬਕ ਆਪਣੇ ਲਈ ਸਿੱਖੇ ਹੈ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਰੋਨਾ ਦੇ ਆਉਣ ਤੋਂ ਪਹਿਲਾਂ ਲਿਖਿਆ ਬੰਦਿਆਂ ਨੂੰ ਸਾਰੇ ਆਪਾਂ ਪੜ੍ਹਦੇ ਹੀ ਹੁੰਦੇ ਸੀ, ਖਬਰਾਂ ਛਪਦੀਆਂ ਹੀ ਸੀ ਕਿ ਓਜ਼ੋਨ ਲੇਅਰ ਦਾ ਮਗੋਰਾ ਵੱਡਾ ਹੁੰਦਾ ਜਾ ਰਿਹਾ ਤੇ ਉਹਦੇ ਨਾਲ ਵੀ ਬੜੇ ਅਲਟਰਾਵਾਇਲਟ ਰੇਜ਼ ਨੇ ਆਉਣਾ ਤੇ ਬਹੁਤ ਉਹਦੇ ਨਾਲ ਤਬਾਹੀ ਹੋਣੀ ਹੈ। ਅੱਛਾ, ਉਹਨੂੰ ਆਪਾਂ ਪੜ੍ਹਦੇ ਸੀ ਤੇ ਪੜ੍ਹ ਕੇ ਛੱਡ ਦਿੰਦੇ ਸੀ। ਚਲੋ ਯਾਰ ਉੱਥੇ ਹੋ ਰਿਹਾ, ਜਦੋਂ ਹੋਊਗੀ ਵੇਖੀ ਜਾਊਗੀ। ਸੁਨਾਮੀ ਆਇਆ, ਸਾਰਿਆਂ ਨੂੰ ਪਤਾ ਸੀ ਕਿ ਇਹ ਕਿਸ ਕਿਸਮ ਦੇ ਨਾਲ ਆਇਆ, ਕੀ ਇਹ ਬਣਿਆ। ਸੁਨਾਮੀ ਤੇ ਚਲੋ ਕੁਦਰਤੀ ਕਾਰਨ ਵੀ ਉਹਦੇ ਹੋ ਸਕਦੇ ਆ, ਪਰ ਉਹ ਜਿੱਥੇ ਡੱਕਿਆ ਜਾ ਸਕਦਾ ਸੀ ਕਿ ਜੇ ਤਟਾਂ ਦੇ ਉੱਪਰ ਜੰਗਲ ਨਾ ਵੱਢੇ ਗਏ ਹੁੰਦੇ, ਉਹਨਾਂ ਦਰਖਤਾਂ ਨੇ ਇਹਦੀ ਤਬਾਹੀ ਨੂੰ ਅੰਦਰ ਆਉਣੋਂ ਠੱਲ ਲੈਣਾ ਸੀ। ਉਹ ਨਹੀਂ ਸੀ ਤੇ ਇਹ ਇੰਨੀ ਅੰਦਰ ਤੱਕ ਆ ਕੇ ਉਹਦਾ ਪਾਣੀ ਤੇ ਉਹਦੀਆਂ ਛੱਲਾਂ ਨੇ ਆ ਕੇ ਮਾਰ ਕੀਤੀ। ਅਸੀਂ ਇਹ ਦੇਖ ਰਹੇ ਹਾਂ ਕਿ ਅਮੇਜ਼ਨ ਦੇ ਵਿੱਚ ਜੰਗਲਾਂ ਨੂੰ ਕਿਵੇਂ ਅੱਗ ਲੱਗ ਰਹੀ ਹੈ। ਮੈਂ ਕਹਿੰਦਾ ਉਹਨਾਂ ਨੂੰ ਛੱਡੋ, ਪੰਜਾਬ ਦੇ ਵਿੱਚ ਅਸੀਂ ਦਰਖਤ ਜਿਵੇਂ ਵੱਢ ਰਹੇ ਹਾਂ, ਜਿਵੇਂ ਅਸੀਂ ਪਾਣੀ ਨੂੰ ਡੂੰਘਾ ਕਰੀ ਜਾ ਰਹੇ ਹਾਂ, ਜਿਵੇਂ ਅਸੀਂ ਨਹੀਂ ਹਟ ਰਹੇ ਜ਼ਹਿਰ ਪਾਉਣੋਂ, ਨਹੀਂ ਹਟ ਰਹੇ ਅਸੀਂ ਅੱਗ ਲਾਉਣੋਂ, ਅਸੀਂ ਆਪ ਕਿਸੇ ਗੱਲ ਤੋਂ ਹਟ ਨਹੀਂ ਰਹੇ। ਸਾਡੇ ਆ ਬਿਆਸ ਦਰਿਆ ਦਾ ਜੋ ਹਾਲ ਹੈ, ਦਰਿਆਵਾਂ ਦਾ ਓਵਰਆਲ, ਬੁੱਢੇ ਨਾਲੇ ਦਾ ਤੁਸੀਂ ਹਾਲ ਦੇਖ ਲਓ, ਉਧਰ ਜਮਨਾ ਦਾ ਦੇਖ ਲਓ, ਇਹ ਸਾਡੇ ਸਾਹਮਣੇ ਹੋ ਤੇ ਰਿਹਾ ਹੀ ਸੀ ਜੀ ਸਾਰਾ ਕੁਝ ਪਹਿਲਾਂ। ਅਸੀਂ ਕਿਉਂ ਨਹੀਂ ਚੇਤੇ? ਕਿਉਂਕਿ ਸਾਡੇ ਤੇ ਆ ਕੇ ਡਿੱਗੀ ਨਹੀਂ ਸੀ ਗੱਲ। ਸੋ ਹੁਣ ਡਿੱਗ ਪਈ ਹੈ। ਅਸੀਂ ਹਜੇ ਵੀ ਇਸ ਨੂੰ ਇੱਕ ਟੈਂਪਰੇਰੀ ਦੀ ਗੱਲ ਸਮਝ ਕੇ ਕਿ ਦੁਬਾਰਾ ਆਪਣੇ ਪੁਰਾਣੇ ਰਿਦਮ ਦੇ ਉੱਤੇ ਜਾ ਸਕਾਂਗੇ। ਬਹੁਤੇ ਬੰਦੇ ਹਜੇ ਵੀ ਉਸੇ ਤਰ੍ਹਾਂ ਦੇ ਨਾਲ ਸੋਚ ਰਹੇ। ਪਰ ਉਹ ਤੇ ਮਜਬੂਰ ਕਰ ਦਿੱਤੇ ਜਾਣਗੇ ਰਿਦਮ ਬਦਲਣ ਲਈ। ਉਹ ਤਾਂ ਇਹਦੀ ਸਿੰਪਲ ਜਿਹੀ ਐਗਜ਼ਾਮਪਲ ਹੈਗੀ ਕਿ ਪਹਿਲਾਂ ਸਾਰੇ ਛੋਟੇ ਫੋਨ ਨਾਲ ਚਲਾਈ ਜਾਂਦੇ ਸੀ, ਹੁਣ ਸਾਰਿਆਂ ਨੇ ਮਜਬੂਰੀ 'ਚ ਸਮਾਰਟਫੋਨਾਂ ਤੇ ਆ ਹੀ ਗਏ ਆ ਜਿਹੜੇ ਨਹੀਂ ਵੀ ਲੈਣਾ ਚਾਹੁੰਦੇ ਸੀਗੇ। ਤੇ ਇਹ ਤੇ ਬਦਲ ਦੇਗੀ ਸਥਿਤੀ ਉਹਨਾਂ ਨੂੰ। ਨਹੀਂ, ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ, ਕਿਉਂਕਿ ਨਾ ਦੇਖੋ ਹਿਊਮਨ ਜਿਹੜਾ ਕੰਟੈਕਟ ਹੈ ਨਾ, ਮਨੁੱਖ ਦਾ ਮਨੁੱਖ ਦੇ ਨਾਲ ਜਿਹੜਾ ਸੰਬੰਧ ਹੈ, ਉਹ ਇੰਨਾ ਦੁਰਾਡਿਓਂ ਉਹਨੂੰ ਸੰਬੰਧ ਨਹੀਂ ਆਪਾਂ ਕਹਿ ਸਕਦੇ। ਇਹ ਤੇ ਇੱਕ ਐਵੇਂ ਤਰਲਾ ਹੁੰਦਾ ਗੱਲ ਕਰ ਸਕਦਾ, ਆਪਣੇ ਆਪ ਨੂੰ ਬਿਜ਼ੀ ਰੱਖ ਸਕਣ ਦਾ ਤੇ ਹੋਰ ਸਾਰੇ ਕੁਛ ਦਾ। ਜੀ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹਾਂਜੀ ਜੀ ਕੰਪਲੀਟ ਕਰ ਦਿਓ ਵਾਲੀ ਗੱਲ। ਹਾਂ, ਬਸ ਮੈਂ ਇਹੀ ਕਹਿ ਰਿਹਾ ਸੀ ਕਿ ਇਹ ਠੀਕ ਹੈ ਕਿ ਇਹ ਜਿਹੜੇ ਬਦਲਾਅ ਆ ਰਹੇ ਨੇ, ਇਵੇਂ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਨਾ ਪੜ੍ਹਾਈ ਲਿਖਾਈ ਹੈ ਨਾ, ਉਹਦੇ ਵਿੱਚ ਜਿਹੜਾ ਅਧਿਆਪਕ ਦਾ ਰੋਲ ਹੈ, ਉਹ ਸਿਰਫ ਇਹ ਨਹੀਂ ਹੋ ਸਕਦਾ ਕਿ ਇੱਕ ਬੰਦੇ ਨੇ ਜੀ ਉੱਥੋਂ ਲੈਕਚਰ ਦੇਤਾ, ਉਹ ਇੱਕ ਤੁਸੀਂ ਆਵਾਜ਼ ਦੇ ਵਿੱਚ ਸਟੂਡੈਂਟਸ ਨੇ ਸਾਰੇ ਉਹਦੇ 'ਚ ਫੈਕਟਸ ਨੋਟ ਕਰ ਲਏ ਤੇ ਉਹਨਾਂ ਨੇ ਜਿਹੜਾ ਪੁੱਛਿਆ ਉਹਦੇ ਫਿਰ ਜਵਾਬ ਦੇ ਦਿੱਤੇ। ਕਿ ਇਉਂ ਨਹੀਂ ਹੁੰਦੀ ਪੜ੍ਹਾਈ, ਇਹਨੂੰ ਕਦੇ ਵੀ ਪੜ੍ਹਾਈ ਨਹੀਂ ਆਖਿਆ ਗਿਆ। ਨਹੀਂ, ਮੈਂ ਸਿਰਫ ਇਹ ਤੁਸੀਂ ਪੜ੍ਹਾਈ ਦੀ ਤਾਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਸੀ। ਇਹ ਹਰ ਪਾਸੇ ਹੋ ਰਿਹਾ। ਦੇਖੋ ਜਿਹੜਾ ਓਵਰਆਲ ਬੰਦੇ ਦਾ ਰੀਕ੍ਰੀਏਸ਼ਨ ਦਾ ਸਿਸਟਮ ਹੈਗਾ, ਪਹਿਲਾਂ ਰੀਕ੍ਰੀਏਸ਼ਨ ਦਾ ਸਿਸਟਮ ਭੀੜ ਦੇ ਵਿੱਚ ਜਾ ਕੇ ਸੀਗਾ,
ਠੀਕ ਹੈ ਨਾ। ਤੁਸੀਂ ਜ਼ਿਕਰ ਕੀਤਾ ਵੀ ਬਰਗਰ ਖਾਣ 5 ਬੰਦੇ ਜਾਂਦੇ ਸੀ, ਜਾਂ ਸਿਨੇਮਾ ਸੀਗਾ, ਜਾਂ ਥੀਏਟਰ ਸੀਗਾ, ਹਨਾ, ਜਾਂ ਮੇਲੇ ਸੀ ਆਪਣੇ। ਹੁਣ ਇਹਨੇ ਇੱਕ ਆਦਤ 'ਚ ਪਾਤਾ ਸਾਨੂੰ ਵੀ ਅਸੀਂ ਫੋਨ ਖੋਲੀਏ, ਸਾਡੇ ਕੋਲ ਇੰਨੇ ਰਿਸੋਰਸਿਸ ਹੈਗੇ ਆ, ਨੈਟਫਲਿਕਸ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ, ਯੂਟਿਊਬ ਹੈ, ਹਨਾ। ਸੋ ਉਹ ਓਵਰਆਲ ਸ਼ਿਫਟ ਜਿਹੜੀ ਹੈਗੀ ਆ, ਕਲਚਰਲ ਸ਼ਿਫਟ, ਮੈਨੂੰ ਜੋ ਲੱਗ ਰਿਹਾ ਕਿ ਕੁਛ ਇਸ ਤਰ੍ਹਾਂ ਦਾ। ਦੇਖੋ, ਹਾਲ ਦੀ ਘੜੀ ਅੰਡਰ ਪ੍ਰੈਸ਼ਰ ਇਹ ਇਸ ਤਰ੍ਹਾਂ ਦੇ ਨਾਲ ਹੈਗਾ, ਪਰ ਇਸ ਨੇ ਸਾਨੂੰ ਇਸ ਗੱਲ ਦੇ ਵੱਲ ਵੀ ਇੱਕ ਧਿਆਨ ਤੀਖਣਤਾ ਦੇ ਨਾਲ ਦਵਾਇਆ ਹੈ ਕਿ ਯਾਰ ਇਹ ਵੀ ਕੀ ਗੱਲ ਹੋਈ ਕਿ ਤੁਸੀਂ ਆਪਣੇ ਚਾਅ ਨੂੰ ਕਿਸੇ ਦੇ ਨਾਲ ਸਾਂਝਾ ਹੀ ਨਹੀਂ ਕਰ ਸਕਦੇ। ਉਹਦੇ ਲਈ ਤੁਸੀਂ ਇੱਕ ਇਮੋਜੀ ਭੇਜੋਗੇ ਤੇ ਯਾਰ ਤੁਸੀਂ ਕਿਸੇ ਦੇ ਤੁਹਾਡੇ ਪਿਆਰੇ ਦਾ ਦੇਹਾਂਤ ਹੋਇਆ ਤੇ ਤੁਸੀਂ ਉੱਥੇ ਜਾ ਹੀ ਨਹੀਂ ਸਕੇ। ਤੁਸੀਂ ਕਿਸੇ ਦਾ ਮੋਢਾ ਨਹੀਂ ਫੜ ਸਕਦੇ। ਤੁਸੀਂ ਮਨੁੱਖ ਦੀ ਜਿਹੜੀ ਛੋਹ ਹੈ, ਕਿਸੇ ਦਾ ਹੱਥ ਫੜਨਾ, ਕਿਸੇ ਦੀਆਂ ਅੱਖਾਂ ਦੇ ਵਿੱਚ ਗਹਿਰਾ ਵੇਖਣਾ, ਕਿਸੇ ਦੇ ਨਾਲ ਸਿਆਣ ਕੱਢਣੀ, ਇਹ ਕੰਮ ਇਸ ਤਰ੍ਹਾਂ ਦੇ ਨਾਲ ਹੁੰਦੇ ਨਹੀਂ। ਹਾਲਾਂਕਿ ਇਹਦੇ ਨਾਲ ਵੀ ਰਿਸ਼ਤਿਆਂ ਦੀ ਜਿਹੜੀ ਵਿਆਕਰਣ ਹੈ ਉਹ ਸਿਰਫ ਇਸ ਸੰਕਟ ਤੋਂ ਪਹਿਲਾਂ ਹੀ ਆਪਾਂ ਇਹ ਗੱਲ ਕਹਿ ਰਹੇ ਸੀ ਕਿ ਅਜਿਹੀ ਟੈਕਨੋਲੋਜੀ ਨੇ ਸਾਨੂੰ ਏਲੀਨੇਟ ਵੀ ਕੀਤਾ। ਜੋੜਨ ਦਾ ਇੱਕ ਲੱਗਦਾ ਹੈ ਕਿ ਹਾਂ ਜੁੜਦੇ ਹਾਂ, ਪਰ ਦਰਅਸਲ ਅਸੀਂ ਇੱਕ ਦੂਜੇ ਦੇ ਨਾਲ ਹੋਰ ਬੇਗਾਨਗੀ ਦੇ ਵੱਲ ਵੱਧ ਰਹੇ ਹਾਂ। ਔਰ ਮਨੁੱਖ ਦੀ ਜਿਹੜੀ ਨਾ, ਐਵੇਂ ਨਹੀਂ ਆਖਿਆ ਜਾਂਦਾ ਕਿ ਮੈਨ ਇਜ਼ ਅ ਸੋਸ਼ਲ ਐਨੀਮਲ। ਮਨੁੱਖ ਦੀ ਅੰਦਰ ਇੱਕ ਗਹਿਰੀ ਸਮਾਜਿਕਤਾ ਦਾ ਇਹਦੀ ਹੋਂਦ ਦੇ ਨਾਲ ਜੁੜਿਆ ਹੋਇਆ ਕੁਐਸਚਨ ਹੈ, ਜਿਹਨੇ ਮਨੁੱਖ ਰਹਿਣਾ ਹੈ ਤਾਂ। ਨਹੀਂ ਤੇ ਜ਼ੋਂਬੀਜ਼ ਇਹੋ ਜਿਹੇ ਸਾਡੇ ਵਰਗੇ ਤਾਂ ਚਾਹੀਦੇ ਨੇ ਕਾਰਪੋਰੇਟਸ ਨੂੰ ਜੀ। ਸੋ ਫਿਰ ਜਿਹੜੇ ਕਿ ਹਾਂਜੀ, ਸੋ ਫਿਰ ਇਸ ਮਾਹੌਲ ਦੇ ਵਿੱਚ, ਇਸ ਸਾਰੇ ਸੰਕਟ ਦੇ ਵਿੱਚ ਭਵਿੱਖ ਦੇ ਲਈ ਸਾਡੇ ਕੋਲ ਕੀ ਹੈ, ਸਾਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ? ਸਾਨੂੰ ਇਹ ਤਿਆਰੀ ਕਰਨੀ ਚਾਹੀਦੀ ਹੈ ਕਿ ਸਾਨੂੰ ਮਨੁੱਖੀ ਗੁਣ ਹੁੰਦਾ ਹੈ ਇੱਕ ਕਰੁਣਾ ਦਾ, ਦੂਜੇ ਦੇ ਵਾਂਗੂ ਹੋ ਸਕਣਾ, ਦੂਜੇ ਦੇ ਵਾਂਗ ਹੋ ਕੇ ਮਹਿਸੂਸ ਕਰ ਸਕਣਾ, ਬੇਗਾਨਗੀ ਨੂੰ ਘਟਾਉਣਾ, ਮਿੱਤਰਤਾ ਦਾ ਹੱਥ ਵਧਾਉਣਾ, ਦੂਜੇ ਦੇ ਵੱਲ ਆਪਣਤ ਦੇ ਨਾਲ ਵੇਖ ਸਕਣਾ, ਉਹਦੇ ਨਾਲ ਆਪਣੇ ਸੰਬੰਧ ਨੂੰ ਗਹਿਰਾ ਤੇ ਰੰਗਲਾ ਤੇ ਜ਼ਿਆਦਾ ਇੱਕ ਕਿਸਮ ਦੇ ਨਾਲ ਸੁਜੰਦ ਕਰ ਸਕਣਾ, ਉਸ ਦੀ ਮੁਸਕਰਾਹਟ ਦੇ ਵਿੱਚ ਆ ਕੇ ਮੁਸਕਰਾ ਸਕਣਾ, ਔਰ ਦੂਜੇ ਦੇ ਨਾਲ ਭੇਦ ਹੋ ਜਾਣਾ, ਜਿਹਨੂੰ ਇਸ਼ਕ ਦੀ ਇੱਕ ਗੱਲ ਆਖਿਆ ਜਾ ਸਕਦਾ। ਸਾਂਝੀਵਾਲਤਾ ਦਾ ਕੁਐਸਚਨ ਹੁੰਦਾ, ਜਿਹੜਾ ਸਾਂਝ ਕਿਵੇਂ ਵਧਾਈਏ, ਜਦੋਂ ਕਿ ਸਾਰੀ ਤਿਆਰੀ ਸਾਂਝ ਤੋੜਨ ਦੀ ਹੈ। ਸਾਡੀ ਜਿਹੜੀ ਟੈਕਨੀਕ ਦੀ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿੱਥੇ ਅਸੀਂ ਸਾਂਝਿਆਂ ਹੋ ਕੇ ਵਿਕ ਸਕਦੇ ਹਾਂ, ਉੱਥੇ ਅਸੀਂ ਇਹ ਨਹੀਂ ਹੋ ਰਹੇ। ਸਾਡੀ ਇਸ ਸਾਂਝ ਦੇ ਵਿਚਕਾਰ ਜੀਓ ਖੜਾ ਹੈ, ਜਾਂ ਏਅਰਟੈਲ ਖੜਾ ਹੈ, ਜਾਂ BSNL ਖੜਾ ਹੈ, ਔਰ ਹੋ ਸਕਦਾ ਕਿ ਸਾਡੀ ਸਾਰੀ ਵਾਰਤਾ ਰਿਕਾਰਡ ਹੋ ਰਹੀ ਹੋਵੇ। ਔਰ ਇਸ ਤੋਂ ਉੱਤੋਂ ਮੈਨੂੰ ਮਤਲਬ ਤੁਹਾਡੇ ਨਾਲ ਗੱਲ ਕਰਨ ਕਰਕੇ ਆਪਣੀ ਇਹ ਸਾਰੀ ਵਾਰਤਾ ਵੀ ਐਲਗੋਰਿਦਮ 'ਚ ਪੈ ਕੇ ਤੇ ਸਾਡੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ। ਇਹ ਜਿਹੜੀ ਮੀਡੀਏਸ਼ਨ ਹੈ, ਜਿਹੜੀ ਨਾ ਮਨੁੱਖ ਦੀ ਦੂਜੇ ਮਨੁੱਖ ਦੇ ਨਾਲ ਇੱਕ ਕਿਸਮ ਦੇ ਨਾਲ ਬਿਨਾਂ ਕਿਸੇ ਬੰਧਨ ਤੋਂ ਜਿਹੜੀ ਇੱਕ ਹਾਸੇ ਦੀ ਤੇ ਆਪਣਤ ਦੀ ਜਿਹੜੀ ਗਲਵਕੜੀ ਵਰਗੀ ਜਿਹੜੀ ਇੱਕ ਗੱਲ ਹੈ, ਇਸ ਨੂੰ ਇਹਦੇ ਉੱਤੇ ਕਿਸੇ ਕਿਸਮ ਦਾ ਕਬਜ਼ਾ ਹੀ ਜੇ ਹੋ ਗਿਆ ਤਾਂ ਫਿਰ ਮਨੁੱਖ ਨਹੀਂ ਰਹਾਂਗੇ। ਫਿਰ ਅਸੀਂ ਮਤਲਬ ਹੋਮੋਸੇਪੀਅਨਸ ਵਰਗੀ ਕੋਈ ਗੱਲ ਅਸੀਂ ਰਹਿ ਸਕਦੇ ਹਾਂ ਜੀ। ਮਨੁੱਖ ਹੋਣਾ ਇੱਕ ਗੁਣ ਹੋਣਾ ਹੈ, ਨਹੀਂ ਤੇ ਅਸੀਂ ਬਾਇਓਲੋਜੀਕਲੀ ਤੌਰ ਦੇ ਉੱਤੇ ਮਨੁੱਖ ਦੇ ਢਾਂਚੇ ਦੇ ਵਿੱਚ ਆਏ ਹੋਏ ਆ, ਪਰ ਅਸੀਂ ਸ਼ਾਇਦ ਹਜੇ ਵੀ ਕੋਈ ਮਨੁੱਖ ਹੋਣ ਤੋਂ ਪਹਿਲਾਂ ਦੀ ਕਿਸੇ ਗੱਲ ਦੇ ਵੱਲ। ਔਰ ਕਾਰਪੋਰੇਟਸ ਸਾਨੂੰ ਚਾਹੁੰਦੀਆਂ ਨੇ ਕਿ ਅਸੀਂ ਸਿਰਫ ਆਪਣੇ ਦੀ ਜਿਹੜੀ ਖਾਣੇ ਖੂਣੇ ਬਾਰੇ ਅਸੀਂ ਗੱਲਬਾਤ ਕਰਿਆ ਕਰੀਏ, ਥੋੜ੍ਹੀ ਬਹੁਤ ਹੋਰ ਕਰ ਲਿਆ ਕਰੀਏ, ਨਾ ਅਸੀਂ ਸਾਫ਼ ਹਵਾ ਦੇ ਬਾਰੇ ਕੋਈ ਬਹੁਤਾ ਸੋਚੀਏ, ਨਾ ਅਸੀਂ ਸਰਕਾਰਾਂ ਨੂੰ ਕੁਐਸਚਨ ਕਰੀਏ, ਨਾ ਅਸੀਂ ਇਹਨਾਂ ਦੀਆਂ ਨੀਤੀਆਂ ਦੇ ਉੱਤੇ ਜਾਈਏ, ਪਰ ਸਾਨੂੰ ਆਹ ਡਾਟਾ ਮਿਲਦਾ ਰਹੇ ਤੇ ਅਸੀਂ ਇਹਦੇ 'ਚ ਖੁਸ਼ ਹੁੰਦੇ ਰਹੀਏ। ਅਲਟੀਮੇਟਲੀ ਇਟ ਇਜ਼ ਆਲ ਅਬਾਊਟ ਡਾਟਾ ਅਵੇਲੇਬਿਲਿਟੀ ਜੀ। ਸੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਭਵਿੱਖ ਦੀ ਜਿਹੜੀ ਸਾਡੇ ਕੋਲ ਕਰਨਾ, ਉਹ ਕਰਨਾ ਦੀ ਹੈ ਜਿਹਦੇ ਤੋਂ ਸਾਂਝੀਵਾਲਤਾ ਪੈਦਾ ਹੋਏਗੀ। ਤੇ ਮੈਂ ਉਮੀਦ ਕਰਦਾ ਹੈਗਾ ਕਿ ਕਰੋਨਾ ਤੋਂ ਬਾਅਦ ਦੀ ਦੁਨੀਆ ਜ਼ਿਆਦਾ ਕਰਨਾ ਵਾਲੀ, ਜ਼ਿਆਦਾ ਸਾਂਝੀਵਾਲਤਾ ਵਾਲੀ ਹੋਵੇ। ਤੁਹਾਡਾ ਜਿਹੜਾ ਇਹ ਉਮੀਦ ਹੈ ਉਹ ਪੂਰੀ ਹੋਵੇ ਤੇ ਜ਼ੋਰਦਾਰ ਟਾਈਮਜ਼ ਨੂੰ ਕਰੋਨਾ ਤੋਂ ਬਸ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਕਰੋਨਾ ਤੋਂ ਕਰੋਨਾ ਦੇ ਵੱਲ ਚੱਲੀਏ, ਇੱਕ ਦੂਜੇ ਦੇ ਨਾਲ ਸਾਂਝ ਦੇ ਵੱਲ ਚੱਲੀਏ। ਵਾਇਰਸ ਸਾਨੂੰ ਇਹ ਸਬਕ ਦੇ ਕੇ ਚੱਲਿਆ ਹੈ। ਹੋਰ ਅਸੀਂ ਕਿਸੇ ਵੀ ਕਿਸਮ ਦੀ ਗੱਲ ਨੂੰ ਸੁਣਨੋਂ ਸਮਝਣੋਂ ਮਨਾ ਕਰ ਦਿੱਤੀ ਸੀ। ਹੁਣ ਉਹਨੇ ਜ਼ਰਾ ਇਸ ਢੰਗ ਦੇ ਨਾਲ ਕੰਨ ਮਰੋੜ ਕੇ ਦੱਸਿਆ ਹੈ, ਥੋੜੀ ਭੀੜ ਸੀਗੀ, ਪਰ ਸਬਕ ਸਿੱਖ ਲਈਏ ਤੇ ਅਸੀਂ ਬਿਹਤਰ ਹੋ ਜਾਵਾਂਗੇ। ਇਹਦੇ ਲਈ ਮੈਂ ਕਰੋਨਾ ਦਾ ਧੰਨਵਾਦ ਕਰਦਾ ਜੀ। ਕਰੋਨਾ ਤੋਂ ਕਰਨਾ ਵੱਲ ਜਾਣ ਦੇ ਤੁਹਾਡੇ ਇਸ ਸੁਨੇਹੇ ਦੇ ਨਾਲ ਇਹ ਸ਼ੋਅ ਦਾ ਸਮਾਂ ਇੱਥੇ ਖਤਮ ਹੁੰਦਾ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
ਸਰਦਾਰ ਸੁਮੇਲ ਸਿੰਘ ਸਿੱਧੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਤੁਹਾਡੀ ਦੀਪ ਜੀ, ਤੁਸੀਂ ਮੌਕਾ ਦਿੱਤਾ। ਮਿਹਰਬਾਨੀ, ਸ਼ੁਕਰੀਆ। ਦੋਸਤੋ, ਇਹ ਸੀ ਇੱਕ ਖਾਸ ਮੁਲਾਕਾਤ ਡਾਕਟਰ ਸੁਮੇਲ ਸਿੰਘ ਸਿੱਧੂ ਹੋਰਾਂ ਨਾਲ। ਉਮੀਦ ਹੈ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੁਸੀਂ ਇਹ ਗੱਲਬਾਤ ਜਿੱਥੇ ਵੀ ਸੁਣ ਰਹੇ ਹੋ, ਜ਼ੋਰਦਾਰ ਟਾਈਮਜ਼ ਪੰਜਾਬੀ ਦੀ ਵੈਬਸਾਈਟ, ਸਪੋਟੀਫਾਈ, ਆਈਟਿਊਨਸ, ਸਟਿਚਰ ਜਾਂ ਫਿਰ YouTube ਤੇ ਜਾਂ ਕਿਸੇ ਹੋਰ ਡਿਜੀਟਲ ਪਲੇਟਫਾਰਮ ਤੇ ਸਾਨੂੰ ਉੱਥੇ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰਨਾ। ਇਸ ਦਾ ਲਿੰਕ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਨਾ। ਇਸ ਬਾਰੇ ਤੁਸੀਂ ਆਪਣੀ ਰਾਏ ਆਪਣੀ ਆਵਾਜ਼ ਵਿੱਚ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ। ਆਵਾਜ਼ ਰਿਕਾਰਡ ਕਰਨ ਲਈ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਅਗਲੇ ਐਪੀਸੋਡ ਵਿੱਚ ਕਿਸੇ ਹੋਰ ਖਾਸ ਮਹਿਮਾਨ ਨਾਲ ਮੁਲਾਕਾਤ ਲੈ ਕੇ ਫੇਰ ਹਾਜ਼ਰ ਹੋਵਾਂਗਾ। ਦੀਪ ਜਗਦੀਪ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।